गुरु जी की साजी नवाजी गुरु रूप गुरु प्यारी साध संगत जी। वाहिगुरु जी का खालसा वाहिगुरु जी की फतेह। गुरमुख प्यारे हो जो आपां नूं गुरबाणी गुरु विच गुरु साहिबानां ने भगतां ने संतां ने सतगुरु गुरु नानक पातशाह ने उपदेश बख्शिश कीता सानू समझाउंदे भी ये जो संसार है मात लोक जिथे असी दिन दे समय खेलण वास्ते आउंदे हुण आपां नूं फिर समझाउंदे भी एक तां जीव वो ने बई जिन्हां दे नेत्र नहीं है, बई जिन्हां नूं अखां नहीं मिलियां जां जिन्हां नूं देखण नहीं दृष्टि, बई उन्हां नूं आपां अन्ने कहने भी वो अन्ने। एक वो ने भी जिन्हां दे लाइट तां हैगी पर अगे पड़दा आ जांदा, जिवें आपां कह दिंदे भी मोती आ गया, वो पिछे लाइट तां हुंदी है, वो अगे पड़दा आ जांदा, दिसना बंद हो जांदा। हुण एक वो अन्ने ने जिहड़े अकलों अन्ने ने, बई जिहड़े अकल तो अन्ने हो गए, जिहड़े नहीं फिर गुरु दी मनदे, जिहड़े नहीं सत्संगत करते, नहीं सिमरन करते। हुण वो जिहड़े अकलों अन्ने ने जीव उन्हां नूं गुरबाणी च मनमुख कहंदे, उन्हां नूं मूर्ख कहंदे, उन्हां नूं अंध ज्ञानी कहंदे। हुण वो जिहड़े जीव उन्हां दी की हालत फिर जिहड़े अकल तो बाहरी ने, जिहड़े बेमुख ने, मनमुख ने। हुण वो ना दा सत्संगत करदे, ना वो सिमरन करदे, ते ना वो गुरु दा कहना मनदे। हुण जद तक असीं गुरु दा वचन नहीं मनदे, सानूं रस्ते दा भेद नहीं आउंदा बई किवें असीं प्रेम दे पंथ ते चल के आपदे जीवन दा लाहा खट्टण। फिर वो जिहड़े
ਮਹਾਰਾਜ ਕਹਿੰਦੇ ਅਕਲੋਂ ਅੰਨੇ ਹੋ ਗਏ ਉਹਨਾਂ ਨੂੰ ਗੁਰਬਾਣੀ ਗੁਰੂ ਵਿੱਚ ਬਹੁਤ ਮਾੜਾ ਆਖਿਆ। ਸਤਿਗੁਰੂ ਉਹਨਾਂ ਵਰਤਾਏ ਕਹਿੰਦੇ ਅੰਧੇ ਅਕਲੀ ਬਾਹਰੇ ਕਿਆ ਤੈਨ ਸਿਉ ਕਹੀਏ, ਬਿਨ ਗੁਰ ਪੰਥ ਨ ਸੂਝੇ ਕਿਤ ਵਿਦ ਨਰ ਵਹੀਏ। ਬਈ ਜਿਹੜੇ ਅੰਨੇ ਨੇ ਅਕਲੋਂ ਬਾਹਰੀ ਨੇ, ਬਈ ਉਹਨਾਂ ਨੂੰ ਕੀ ਆਖੀਏ। ਜੇ ਤੁਸੀਂ ਉਹਨਾਂ ਨੂੰ ਆਖੋਗੇ ਬਈ ਸਿਮਰਨ ਕਰੋ, ਸੰਗਤ ਕਰੋ, ਗੁੱਸਾ ਕਰਨਗੇ। ਤੁਸੀਂ ਉਹਨਾਂ ਨੂੰ ਚੰਗੀ ਗੱਲ ਆਖੋਗੇ, ਉਹਨਾਂ ਨੂੰ ਚੰਗੀ ਗੱਲ ਮਾੜੀ ਲੱਗਦੀ, ਉਹਨਾਂ ਨੂੰ ਬੁਰਾ ਲੱਗਦਾ, ਉਹ ਗੁੱਸਾ ਮੰਨਣਗੇ ਵੀ ਅਸੀਂ ਕਿਹੜਾ ਮੂਰਖ ਹਾਂ ਜਿਹੜਾ ਸਾਨੂੰ ਸਮਝਾਉਂਦੇ ਨੇ। ਫਿਰ ਮਹਾਰਾਜ ਕਹਿੰਦੇ ਵੀ ਗੁਰੂ ਤੋਂ ਬਿਨਾਂ ਸਾਨੂੰ ਪੰਥ ਦਾ ਭੇਤ ਨਹੀਂ ਆ ਸਕਦਾ। ਪੰਥ ਹੁੰਦਾ ਰਸਤਾ। ਜਦ ਤੱਕ ਅਸੀਂ ਸਤ ਸੰਗਤ ਨਹੀਂ ਕਰਦੇ, ਨਹੀਂ ਗੁਰੂ ਦੀ ਸ਼ਰਨ ਚਾਹੁੰਦੇ, ਸਾਨੂੰ ਰਸਤੇ ਦਾ ਭੇਤ ਹੀ ਨਹੀਂ ਆਉਂਦਾ। ਫਿਰ ਉਹ ਆਪਦੇ ਜੀਵਨ ਦਾ ਜਿਹੜਾ ਲਾਹਾ, ਉਹ ਲਾਹਾ ਨਹੀਂ ਖੱਟ ਸਕਦੀ। ਮਾਨਸ ਜਾਮਾ ਤਾਂ ਮਿਲ ਗਏ, ਪਰ ਮਾਨਸ ਜਾਮੇ ਵਿੱਚ ਹੁੰਦੇ ਹੋਏ ਵੀ ਉਹ ਪਸ਼ੂ ਤੇ ਪ੍ਰੇਤਾਂ ਤੋਂ ਵੀ ਭੈੜੇ ਬਣੇ ਹੋਏ। ਮਹਾਰਾਜ ਕਹਿੰਦੇ ਵੀ ਉਹ ਫਿਰ ਆਪਦੇ ਜੀਵਨ ਦਾ ਲਾਹਾ ਨਹੀਂ ਕੱਟਣਗੇ, ਉਹ ਵਾਪਸ ਜੂਨਾਂ 'ਚ ਹੀ ਜਾਣਗੇ। ਇਹ ਹੋ ਗਈ ਉਹਨਾਂ ਨੇ ਨਾ ਤਾਂ ਸਤ ਸੰਗਤ ਕਰਨੀ, ਨਾ ਉਹਨਾਂ ਨੇ ਸਿਮਰਨ ਕਰਨਾ, ਨਾ ਉਹਨਾਂ ਨੇ ਗੁਰੂ ਦਾ ਬਚਨ ਮੰਨਣਾ ਵੀ ਗੁਰਬਾਣੀ ਗੁਰੂ ਸਾਨੂੰ ਕੀ ਕਹਿੰਦੇ ਨੇ। ਮਹਾਰਾਜ ਫਿਰ ਉਹਨਾਂ ਨੂੰ ਕਹਿੰਦੇ ਵੀ ਦੇਖਣ ਨੂੰ ਤਾਂ ਇਹ ਮਾਨਸ ਨੇ, ਪਰ ਉੱਦਾਂ ਜਿਹੜੇ ਇਹਨਾਂ ਦੇ ਕਰਮ ਉਹ ਪਸ਼ੂਆਂ ਵਾਲੇ ਹੋ ਗਏ। ਫਰਮਾਉਂਦੇ ਕਰਤੂਤ ਪਸ਼ੂ ਕੀ ਮਾਨਸ ਜਾਤ, ਬਈ ਜਿਹੜੀਆਂ ਉਹਨਾਂ ਦੀਆਂ ਕਰਤੂਤਾਂ, ਜਿਹੜੇ ਉਹਨਾਂ ਦੇ ਕਰਮ ਉਹ ਪਸ਼ੂਆਂ ਵਾਲੇ ਨੇ। ਜਿਵੇਂ ਪਸ਼ੂ ਭਾਰ ਢੋਂਦਾ ਹੈ, ਮਨਮੁਖ ਸਾਰੀ ਉਮਰ ਭਾਰ ਹੀ ਢੋਂਦਾ ਰਹਿੰਦਾ। ਸਤ ਸੰਗਤ ਤੋਂ ਬਿਨਾਂ ਉਹਦਾ ਜਿਹੜਾ ਜੀਵਨ ਉਹ ਪਸ਼ੂਆਂ ਵਰਗਾ ਹੈ। ਉਹ ਦੂਸਰਿਆਂ ਦੀ ਨਿੰਦਿਆ ਕਰ ਕਰਕੇ, ਵੈਰ ਵਿਰੋਧ ਕਰ ਕਰਕੇ ਉਹਨਾਂ ਦਾ ਭਾਰ ਢੋਈ ਜਾਂਦਾ। ਮਹਾਰਾਜ ਇਸ ਲਈ ਫਰਮਾਉਂਦੇ ਬਿਨ ਸੰਗਤੀ ਸਭ ਐਸੇ ਰਹੇ, ਜੈਸੇ ਪਸ਼ ਢੋਰ ਜਿਨ ਕੀਤੀ ਤਿਸੇ ਨਾ ਜਾਣਨੀ, ਬਿਨ ਨਾਵੇਂ ਸਭ ਚੋਰ। ਬਈ ਜਿਹਨੇ ਸਾਨੂੰ ਸਿਰਜਿਆ, ਜਿਹੜਾ ਸਾਡਾ ਸਿਰਜਣਹਾਰ, ਅਸੀਂ ਮਾਲਕ ਦੀ ਪਹਿਚਾਣ ਨਹੀਂ ਕੀਤੀ, ਉਹਦੇ ਹੁਕਮ ਦੇ ਵਿੱਚ ਨਹੀਂ ਆਏ, ਉਹਦੇ ਹੁਕਮ ਨੂੰ ਮੰਨਿਆ ਨਹੀਂ, ਹੁਕਮ ਨੂੰ ਬੁੱਝਿਆ ਨਹੀਂ, ਫਿਰ ਸਾਡਾ ਜਿਹੜਾ ਜੀਵਨ ਇਹ ਸਾਰਾ ਵਿਅਰਥ ਹੈ। ਤਾਈਆਂ ਫਿਰ ਉਹਨਾਂ ਨੂੰ ਕਹਿੰਦੇ ਵੀ ਇਹ ਜਿਹੜੇ ਅਕਲ ਤੋਂ ਅੰਨੇ ਹੋ ਗਏ, ਵੀ ਉਹ ਆਪਦੇ ਆਪ ਨੂੰ ਤਾਂ ਫਿਰ ਬਹੁਤ ਸਿਆਣੇ ਬਣੇ ਹੋਏ, ਵੀ ਸਾਡੇ ਨਾਲੋਂ ਵੱਧ ਸਿਆਣਾ ਕੌਣ ਹੈ। ਪਰ ਸਾਡੀ ਜਿਹੜੀ ਸਿਆਣਪ ਉਹ ਸਾਨੂੰ ਡੋਬ ਦਿੰਦੀ ਹੈ, ਅਸੀਂ ਤਰ ਨਹੀਂ ਸਕਦੇ। ਸਾਡੀ ਸਿਆਣਪ ਸਾਨੂੰ ਦੁੱਖਾਂ 'ਚ ਲੈ ਜਾਂਦੀ, ਸਾਨੂੰ ਵਾਪਸ ਜੂਨਾਂ 'ਚ ਲੈ ਜਾਂਦੀ। ਮਹਾਰਾਜ ਤਾਈਆਂ ਸਮਝਾਉਂਦੇ ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਈ। ਬਈ ਤੁਸੀਂ ਜਿਹੜੀ ਆਪਦੀ ਸਿਆਣਪ ਇਹਨੂੰ ਤਜੋ, ਇਹਨੂੰ ਛੱਡੋ। ਹੁਣ ਆਪਦੀ ਸਿਆਣਪ ਹੈ ਜਿਹੜੀ ਇਹ ਛੱਡਣੀ ਬੜੀ ਔਖੀ, ਬੜੀ ਕਠਿਨ ਹੈ। ਜੀਵ ਕਹਿੰਦਾ ਵੀ ਮੇਰੇ ਨਾਲੋਂ ਸਿਆਣਾ ਕੌਣ ਹੈ ਅਤੇ ਮੈਂ ਆਪਦੀ ਸਿਆਣਪ ਕਿਉਂ ਛੱਡਾਂ। ਹੁਣ ਮਹਾਰਾਜ ਇਸ ਲਈ ਫਿਰ ਸਾਨੂੰ ਦੱਸਦੇ ਵੀ ਸਾਡੀ ਸਿਆਣਪ ਸਾਨੂੰ ਡੋਬ ਤਾਂ ਸਕਦੀ ਹੈ, ਪਰ ਅਸੀਂ ਤਰ ਨਹੀਂ ਸਕਦੇ, ਅਸੀਂ ਜੀਵਨ ਦਾ ਲਾਹਾ ਨਹੀਂ ਖੱਟ ਸਕਦੇ। ਤਾਈਓ ਫਿਰ ਆਪਦੀ ਸਿਆਣਪ ਨੂੰ ਤਜਣ ਵਾਸਤੇ, ਇਹਨੂੰ ਛੱਡਣ ਵਾਸਤੇ ਆਪਾਂ ਸਿਮਰਨ ਕਰਦੇ ਵੀ ਤਾਂ ਕਿ ਸਾਡੀ ਜਿਹੜੀ ਸਿਆਣਪ ਸਾਡੀ ਮੱਤ ਖਤਮ ਹੋ ਜੇ ਅਤੇ ਸਾਨੂੰ ਗੁਰੂ ਅਤੇ ਸਤਿਗੁਰ ਦੀ ਮੱਤ ਆ ਜੀ। ਹੁਣ ਆਪਾਂ ਨੂੰ ਫਿਰ ਇਸ ਲਈ ਦੱਸਦੇ ਵੀ ਜਿਹੜੇ ਜੀਵ ਫਿਰ ਅਕਲ ਤੋਂ ਅੰਨੇ ਹੋ ਗਏ, ਉਹ ਆਪਦੀ ਮੱਤ ਛੱਡਣਾ ਹੀ ਨਹੀਂ ਚਾਹੁੰਦੇ, ਉਹ ਗੁਰੂ ਦੀ ਮੱਤ ਲੈਣੀ ਨਹੀਂ ਚਾਹੁੰਦੇ, ਉਹ ਆਪਦੇ ਜੀਵਨ ਦਾ ਲਾਹਾ ਖੱਟਣਾ ਹੀ ਨਹੀਂ ਚਾਹੁੰਦੇ।
ਫਿਰ ਉਹਨਾਂ ਨੂੰ ਗੁਰਬਾਣੀ ਗੁਰੂ ਵਿੱਚ ਆਖਿਆ ਸਾਕਤ। ਜਿਹੜਾ ਸਾਕਤ ਜੀਵ ਹੈ, ਸਤਿਗੁਰੂ ਕਹਿੰਦੇ ਵੀ ਉਹਦਾ ਸੰਗ ਨਾ ਕਰ। ਜੇ ਅਸੀਂ ਉਹਦਾ ਸੰਗ ਕਰਾਂਗੇ, ਹੁਣ ਉਹਦਾ ਪਤਾ ਕੋਈ ਨਹੀਂ ਵੀ ਉਹਨੇ ਬੋਲਣਾ ਕੀ। ਹੋ ਸਕਦਾ ਵੀ ਆਪਾਂ ਇਹ ਰਸਤੇ 'ਤੇ ਚੱਲੇ ਹਾਂ, ਉਹ ਆਪਣਾ ਰਸਤਾ ਵੀ ਬਦਲਦਾ ਵੀ। ਮਹਾਰਾਜ ਇਸ ਲਈ ਸਾਨੂੰ ਸਮਝਾਉਣਾ ਕਰਦੇ, ਫਰਮਾਉਂਦੇ, ਕਬੀਰ ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ। ਵੀ ਜਿਹੜਾ ਸਾਕਤ ਜੀਵ ਉਹਦਾ ਸੰਗ ਨਾ ਕਰ। ਜੇ ਉਹ ਦੇਖਦਾ ਵੀ ਦੂਰੋਂ ਆਉਂਦਾ, ਉਹ ਤੋਂ ਪਾਸਾ ਵੱਟ ਚ। ਬਈ ਜੇ ਅਸੀਂ ਉਹਦਾ ਸੰਗ ਕਰਾਂਗੇ, ਉਹਨੇ ਸਾਡੇ ਮਨ 'ਤੇ ਮੈਲ ਚੜ੍ਹਾ ਦੇਣੀ। ਉਹਨੂੰ ਬੋਲਣ ਦਾ ਨਹੀਂ ਪਤਾ, ਉਹਨੇ ਗੱਲ ਹੀ ਪੁੱਠੀ ਕਰਨੀ, ਉਲਟ ਗੱਲ ਕਰਨੀ, ਕਿਉਂਕਿ ਮਾਇਆ ਦਾ ਮੋਹਿਆ ਹੋਇਆ। ਉਹ ਫਿਰ ਪੁੱਠਾ ਚੱਲਦਾ, ਟੇਢਾ ਚੱਲਦਾ। ਮਹਾਰਾਜ ਕਹਿੰਦੇ ਮਾਇਆ ਮੋਹਿਓ ਟੇਢੋ ਜਾਚ। ਹੁਣ ਮਾਇਆ ਦਾ ਮੋਹਿਆ ਹੋਇਆ ਐਸਾ ਟੇਢਾ ਚੱਲਦਾ, ਤੁਸੀਂ ਉਹਨੂੰ ਆਖੋਗੇ ਸਿਮਰਨ ਕਰੋ ਤੇ ਉਹ ਕਰੇਗਾ ਹੀ ਨਹੀਂ। ਤੁਸੀਂ ਆਖੋਗੇ ਸਤਸੰਗਤ ਕਰੋ, ਸਤਸੰਗਤ ਨਹੀਂ ਕਰੇਗਾ। ਜੇ ਤੁਸੀਂ ਉਹਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕਰੋਗੇ, ਉਹ ਗੁੱਸਾ ਮੰਨੇਗਾ, ਉਹ ਆਪਣੇ ਖਿਲਾਫ ਹੋ ਜਾਏਗਾ, ਉਹ ਆਪਣੇ ਉਲਟ ਹੋ ਜਾਏਗਾ। ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਉਹ ਜੇ ਲੋਕਾਂ ਨੂੰ ਕੀ ਆਖੀਏ ਵੀ ਜਿਹੜੇ ਭਗਤੀ ਤੋਂ ਬਾਝ ਨੇ, ਵੀ ਉਹਨਾਂ ਤੋਂ ਫਿਰ ਸਦਾ ਡਰ ਕੇ ਰਹੀਏ, ਵੀ ਉਹਨਾਂ ਤੋਂ ਪਾਸਾ ਹੀ ਵੱਟੀ। ਮਹਾਰਾਜ ਫਰਮਾਉਂਦੇ, ਕਬੀਰ ਐਸੇ ਲੋਗਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀਏ। ਵੀ ਜਿਹੜੇ ਭਗਤੀ ਤੋਂ ਬਾਂਝ ਨੇ, ਜਿਹੜੇ ਸਿਮਰਨ ਕਰਦੇ ਨਹੀਂ, ਸਤ ਸੰਗਤ ਨਹੀਂ ਕਰਦੇ, ਵੀ ਉਹਨਾਂ ਨੂੰ ਕੀ ਆਖੀਏ ਐਸੇ ਜੀਵਾਂ ਨੂੰ, ਕਿਉਂਕਿ ਉਹਨਾਂ ਨੇ ਕਿਹੜਾ ਮੰਨਣਾ। ਜਿੱਥੇ ਫਿਰ ਕਹਿਣਾ ਮੰਨਣਾ ਹੀ ਨਹੀਂ, ਤੇ ਉੱਥੇ ਆਪਾਂ ਨੂੰ ਕਹਿਣ ਦਾ ਵੀ ਕੋਈ ਫਾਇਦਾ ਹੀ ਨਹੀਂ ਹੈ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਜਿਹੜਾ ਸਾਕਤ ਹੈ, ਵੀ ਉਹਨੂੰ ਭੁੱਲ ਕੇ ਵੀ ਨਾ ਆਖੀ। ਸਾਕਤ ਸਿਉਂ ਭੂਲ ਨਹੀਂ ਕਹੀਏ, ਕਿਉਂਕਿ ਜੇ ਅਸੀਂ ਉਹਨੂੰ ਆਖਾਂਗੇ, ਉਹਨੇ ਗੁੱਸਾ ਹੀ ਕਰਨਾ, ਉਹਨੇ ਉਲਟੀ ਹੋਣਾ, ਉਹਨੇ ਖਿਲਾਫ ਹੀ ਹੋਣਾ। ਸੋ ਇਸ ਵਾਸਤੇ ਫਿਰ ਜਿਹੜੇ ਗਾਹਕ ਨਾਮ ਦੇ, ਸੱਚ ਦੇ, ਉਹ ਬਹੁਤ ਵਿਰਲੇ ਵਿਰਲੇ ਨੇ। ਮਹਾਰਾਜ ਕਹਿੰਦੇ ਵੀ ਜੇ ਗਾਹਕ ਨਹੀਂ, ਗਾਹਕ ਤੋਂ ਬਿਨਾਂ ਅਸੀਂ ਸੌਦਾ ਦੇਵਾਂਗੇ। ਜਿਹਨੇ ਇਹ ਸੌਦਾ ਖਰੀਦਣਾ ਹੀ ਨਹੀਂ, ਜਿਹੜਾ ਗਾਹਕ ਹੀ ਨਹੀਂ, ਉਹਨੂੰ ਮੁੱਲ ਦਾ ਪਤਾ ਹੀ ਨਹੀਂ, ਤੇ ਉਹਨੇ ਨਾ ਹੀ ਲੈਣਾ ਹੈ। ਜੇ ਗੁਣਾਂ ਦਾ ਗਾਹਕ ਹੋਵੇ, ਜੇ ਉਹਨੂੰ ਭੇਦ ਹੋਵੇ, ਜੇ ਉਹਨੂੰ ਸੋਝੀ ਹੋਵੇ, ਫਿਰ ਸੌਦਾ ਲੱਖਾਂ ਦਾ। ਤੇ ਜੇ ਨਹੀਂ ਭੇਦ, ਨਹੀਂ ਗਾਹਕ, ਫਿਰ ਬੇਮੁੱਲ, ਫਿਰ ਉਹਦਾ ਕੋਈ ਮੁੱਲ ਹੀ ਨਹੀਂ। ਮਹਾਰਾਜ ਇਸ ਲਈ ਫਰਮਾਉਂਦੇ, ਬਿਨ ਗਾਹਕ ਗੁਣ ਵੇਚੀਏ, ਤੋ ਗੁਣ ਸਿੱਧ ਹੋ ਜਾਏ। ਗੁਣ ਕਾ ਗਾਹਕ ਜੇ ਮਿਲੇ, ਤੋ ਗੁਣ ਲੱਖ ਬਕਾਏ। ਬਈ ਜੇ ਸਾਨੂੰ ਗੁਣਾਂ ਦਾ ਗਾਹਕ ਮਿਲ ਜੇ, ਤੇ ਫਿਰ ਆਪਾਂ ਨੂੰ ਦੱਸ ਦੇ, ਜੇ ਆਪਾਂ ਨੂੰ ਗੁਣਾਂ ਦਾ ਗਾਹਕ ਮਿਲ ਜੇ, ਤੇ ਮਹਾਰਾਜ ਕਹਿੰਦੇ ਫਿਰ ਲੱਖਾਂ ਦਾ। ਤੇ ਜੇ ਨਹੀਂ ਗਾਹਕ, ਫਿਰ ਸਹਿਗੋ, ਫਿਰ ਸਸਤਾ। ਇਸ ਲਈ ਬਾਬਾ ਕਬੀਰ ਜੀ ਕਹਿੰਦੇ ਵੀ ਤੂੰ ਨਾਮ ਪਦਾਰਥ ਪਾ ਕੇ, ਵੀ ਜਿਹੜੀ ਗੰਢ ਉਹ ਹਰੇਕ ਅੱਗੇ ਨਾ ਖੋਲ। ਕਿਉਂਕਿ ਜੇ ਤਾਂ ਕੋਈ ਗਾਹਕ ਹੋਏਗਾ, ਉਹ ਆਏਗਾ ਤੇ ਉਹ ਮਹਿੰਗੇ ਮੁੱਲ ਲੈ ਲਏਗਾ। ਤੇ ਜੇ ਕੋਈ ਗਾਹਕ ਹੀ ਨਹੀਂ, ਉਹਨੂੰ ਕੋਈ ਕਦਰ ਹੀ ਨਹੀਂ, ਉਹਨੂੰ ਕੀਮਤ ਹੀ ਨਹੀਂ। ਮਹਾਰਾਜ ਫਰਮਾਉਂਦੇ, ਕਬੀਰ ਰਾਮ ਪਦਾਰਥ ਪਾਏ ਕੇ, ਕਬੀਰਾ ਗਾਂਠ ਨਾ ਖੋਲ। ਨਹੀਂ ਪਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਵੀ ਜੇ ਗਾਹਕ ਹੀ ਨਹੀਂ, ਉਹਨੂੰ ਪਤਾ ਹੀ ਨਹੀਂ ਮੁੱਲ ਦਾ, ਉਹਨੂੰ ਭੇਦ ਹੀ ਨਹੀਂ ਵੀ ਜਿਹੜਾ ਇਹ ਸਿਮਰਨ ਹੈ, ਬਈ ਇਹ ਕਿੱਡੀ ਵੱਡੀ ਦਾਤ ਹੈ ਅਕਾਲ ਪੁਰਖ ਦੀ, ਪਰਮੇਸ਼ਰ 'ਚ। ਉਹਨੂੰ ਭੇਦ ਹੀ ਨਹੀਂ ਵੀ ਇਹ ਸਤ ਸੰਗਤ ਬੜੀ ਵੱਡੀ ਸਾਡੇ 'ਤੇ ਕਿਰਪਾ ਹੋਵੇ, ਤੇ ਫਿਰ ਮਾਲਕ ਦੀ ਕਿਰਪਾ ਨਾਲ ਸਾਨੂੰ ਸਤ ਸੰਗਤ ਮਿਲਦੀ।
ਮਹਾਰਾਜ ਸੱਚੇ ਪਾਤਸ਼ਾਹ ਫਿਰ ਇਸ ਲਈ ਸਮਝਾਉਂਦੇ ਬਈ ਨਾਮ ਦਾ ਜਿਹੜਾ ਗਾਹਕ ਉਹ ਵੀ ਵਿਰਲਾ, ਬਹੁਤ ਥੋੜ੍ਹੇ। ਔਰ ਇਸੇ ਤਰ੍ਹਾਂ ਹੀ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਗਾਹਕ ਥੋੜ੍ਹੇ ਅਤੇ ਵਿਰਲੇ ਵਿਰਲੇ ਨੇ। ਜੱਗ ਮੈਂ ਉੱਤਮ ਕਾਢੀਏ ਵਿਰਲੇ ਕਈ ਕੇ, ਵੀ ਬਹੁਤ ਥੋੜ੍ਹੇ ਅਤੇ ਵਿਰਲੇ ਵਿਰਲੇ। ਹੁਣ ਬਹੁਤੇ ਜੀਵ ਜਿਹੜੇ ਗਾਹਕ ਨੇ ਉਹ ਕੂੜ ਦੇ। ਕੂੜ ਕੀ ਬਈ ਜਿਹੜੀ ਹੈ ਮਾਇਆ, ਝੂਠਾ ਜੋ ਕਿ ਨਾਸਵਾਨ, ਜੋ ਕਿ ਮਿਥਿਆ ਹੋਏ। ਹੁਣ ਜਿੰਨੇ ਵੀ ਅਸੀਂ ਜੀਵ ਇਸ ਲੋਕ ਵਿੱਚ ਆਉਂਦੇ ਹਾਂ, ਆਪਾਂ ਸਾਰੇ ਵਣਜ ਕਰਨ ਵਾਸਤੇ, ਅਸੀਂ ਵਪਾਰ ਕਰਨ ਵਾਸਤੇ ਆਉਂਦੇ। ਮਹਾਰਾਜ ਫਰਮਾਉਂਦੇ ਜੇਤੇ ਜੀ ਤੇਤੇ ਵਣਜਾਰੇ, ਖੁੱਲ੍ਹੇ ਹੱਟ ਹੋਆ ਵਪਾਰ। ਵੀ ਜਿਉਂ ਹੀ ਅਸੀਂ ਆਏ ਵਣਜ ਕਰਨ ਵਾਸਤੇ, ਹੁਣ ਇੱਧਰ ਜਿਹੜਾ ਵਪਾਰ ਉਹ ਸ਼ੁਰੂ ਹੋ ਜਾਂਦਾ। ਹੁਣ ਸਾਰੀ ਇਹ ਹੱਟ ਨੇ ਜਿਹੜੇ, ਇਹ ਹੱਟ ਖੁੱਲ੍ਹ ਜਾਂਦੇ। ਇਹ ਜਿਹੜਾ ਆਪਣਾ ਸਰੀਰ ਹੈ ਇਹਨੂੰ ਦੇਸ਼ ਕਹਿੰਦੇ। ਹੁਣ ਇਹ ਦੇਸ਼ ਦੇ ਵਿੱਚ ਇਹਨੂੰ ਸ਼ਹਿਰ ਕਹਿੰਦੇ, ਨਗਰੀ ਕਹਿੰਦੇ, ਇਹਦੇ ਵਿੱਚ ਹੱਟ ਲੱਗੇ ਹੋਏ। ਹੁਣ ਜਿਉਂ ਹੀ ਅਸੀਂ ਸਵੇਰ ਨੂੰ ਇਹ ਸਰੀਰ 'ਚ ਪ੍ਰਵੇਸ਼ ਹੁੰਦੇ ਹਾਂ ਤਾਂ ਇਹ ਹੱਟ ਖੁੱਲ੍ਹ ਜਾਂਦੇ, ਦੁਕਾਨਾਂ ਖੁੱਲ੍ਹ ਜਾਂਦੀ। ਮਹਾਰਾਜ ਕਹਿੰਦੇ ਇਸ ਕਾਇਆ ਅੰਦਰ 9 ਖੰਡ ਪ੍ਰਿਥਵੀ ਹੱਟ ਪੱਟਣ ਬਜ਼ਾਰਾ। ਬਈ ਇਹ ਕਾਇਆ ਸਰੀਰ ਦੇ ਅੰਦਰ ਬਹੁਤ ਵੱਡਾ ਬਾਜ਼ਾਰ ਲੱਗਿਆ ਹੋਇਆ, ਹੱਟ ਖੁੱਲ੍ਹੇ ਨੇ। ਹੁਣ ਜਿਉਂ ਹੀ ਅਸੀਂ ਇੱਧਰ ਆਏ, ਇੱਕ ਤਾਂ ਗੁਰਮੁਖ ਜਿਹੜੇ ਨਾਮ ਦਾ ਵਣਜ ਕਰਦੇ ਨੇ, ਜਿਹੜੇ ਨਾਮ ਦੇ ਵਪਾਰੀ। ਬਹੁਤੇ ਜੀਵ ਜਿਹੜੇ ਕੱਚੇ ਦੇ ਵਪਾਰੀ ਆ ਗਏ, ਜਿਹੜਾ ਕੱਚਾ ਮਾਲ ਖਰੀਦਦੇ, ਜਿਹੜਾ ਕਿ ਨਾਸਵਾਨ, ਜਿਹੜਾ ਕਿ ਮਿਥਿਆ ਹੋਏ। ਮਹਾਰਾਜ ਫਰਮਾਉਂਦੇ ਇੱਕ ਰਤਨ ਪਦਾਰਥ ਵਣਜਦੇ, ਇੱਕ ਕੱਚੇ ਦੇ ਵਪਾਰ। ਹੁਣ ਇਹ ਕੱਚਾ ਵਪਾਰ ਕਿਵੇਂ ਹੁੰਦਾ? ਜਦੋਂ ਅਸੀਂ ਤ੍ਰੈ ਗੁਣਾਂ ਦੇ ਵਿੱਚ ਹੁੰਦੇ, ਮਾਇਆ ਦੇ ਵਿੱਚ। ਜਦੋਂ ਅਸੀਂ ਇੱਥੇ ਸਵਾਸ ਖਰਚ ਕਰਦੇ, ਚਾਹੇ ਅਸੀਂ ਰਜੋਗੁਣ 'ਤੇ ਕਰਦੇ ਹਾਂ, ਚਾਹੇ ਅਸੀਂ ਤਮੋ ਗੁਣ 'ਤੇ ਕਰਦੇ ਹਾਂ, ਚਾਹੇ ਅਸੀਂ ਸਤੋ ਗੁਣ 'ਤੇ ਕਰਦੇ ਹਾਂ, ਇੱਥੇ ਜਿੰਨਾ ਵੀ ਵਪਾਰ ਹੁੰਦਾ ਇਹ ਸਭ ਕੱਚਾ ਵਪਾਰ, ਜਿਹੜਾ ਕਿ ਮਿਥਿਆ ਹੋਇਆ, ਜਿਹੜਾ ਕਿ ਨਾਸਵਾਨ ਹੈ। ਜਿਹੜਾ ਪੱਕਾ ਵਪਾਰ, ਨਾਮ ਦਾ ਵਪਾਰ, ਉਹ ਹੁੰਦਾ ਮੋਖ ਦੇ ਹੱਟ 'ਤੇ, ਉਹਨੂੰ ਕਹਿੰਦੇ ਨਾਮ ਰਤਨ। ਜਦੋਂ ਅਸੀਂ ਚੌਥੇ ਹੱਟ 'ਤੇ ਜਾਵਾਂਗੇ, ਜਿਹਨੂੰ 10ਵਾਂ ਦਵਾਰ ਕਹਿੰਦੇ, ਜਿਹਨੂੰ ਥਿਰ ਘਰ ਕਹਿੰਦੇ, ਜਿਹਨੂੰ ਮੰਦਰ, ਕੋਠੜੀ, ਗੜ੍ਹ, ਗੁਰਦੁਆਰਾ ਕਹਿੰਦੇ, ਜਦੋਂ ਅਸੀਂ ਉੱਥੇ ਜਾਵਾਂਗੇ, ਉੱਥੇ ਜਿਹੜਾ ਉਹ ਸੱਚਾ ਵਪਾਰ ਹੁੰਦਾ, ਸੱਚਾ ਸੌਦਾ ਨਾਮ ਦਾ, ਜਿਹੜਾ ਉਹ ਸਾਨੂੰ ਉੱਥੋਂ ਮਿਲਦਾ। ਹੁਣ ਇਹ ਜਿਹੜੇ 3 ਹੱਟ ਨੇ ਇਹ ਕਾਲ ਦੇ ਸਪੁਰਦ ਕੀਤੇ ਹੋਏ ਨੇ, ਇਹਨਾਂ ਦਾ ਮੁਖੀ ਕਾਲ ਹੈ। ਜਿਹੜਾ ਚੌਥਾ ਹੱਟ ਹੈ ਮੋਖ ਦਾ ਹੱਟ, ਉਹਦਾ ਜਿਹੜਾ ਮੁਖੀ ਉਹ ਅਕਾਲ ਹੈ, ਉਹ ਆਪ ਮਾਲਕ ਸਤਿਗੁਰੂ ਨੇ। ਹੁਣ ਬਹੁਤੇ ਜੀਵ ਤਾਂ ਇਹਨਾਂ 3 ਹੱਟਾਂ ਤੋਂ ਹੀ ਸੌਦਾ ਖਰੀਦੀ ਜਾਂਦੀ। ਇਹਨਾਂ ਤੋਂ ਕੀ ਕੀ ਸੌਦਾ ਮਿਲਦਾ ਇਹਨਾਂ ਹੱਟਾਂ 'ਚ? ਜਿਵੇਂ ਆਪਾਂ ਬਾਜ਼ਾਰ ਵਿੱਚ ਜਾਂਦੇ ਹਾਂ, ਦੁਕਾਨਾਂ ਦੇ ਅੱਗੇ ਬੋਰਡ ਲੱਗਿਆ ਹੁੰਦਾ ਅਤੇ ਉੱਥੇ ਲਿਖਿਆ ਹੁੰਦਾ ਵੀ ਇੱਥੋਂ ਦੁਕਾਨ ਤੋਂ ਤੁਸੀਂ ਆਹ ਸੌਦਾ ਲੈ ਸਕਦੇ। ਹੁਣ ਇਸੇ ਤਰ੍ਹਾਂ ਹੀ ਜਿਹੜਾ ਰਜੋਗੁਣੀ ਹੱਟ ਹੈ, ਰਜੋਗੁਣ ਤੋਂ ਜਿਹੜਾ ਸਮਾਨ ਮਿਲਦਾ ਸੌਦਾ, ਉਹਦੇ ਵਿੱਚ ਨੇ ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾ, ਸਹਿੰਸੇ, ਫਿਕਰ, ਚਿੰਤਾਵਾਂ। ਇਹ ਰਜੋਗੁਣੀ ਹੱਟ ਜਿਹੜਾ ਇਹ ਦੁਕਾਨ ਤੋਂ ਇੱਥੋਂ ਸੌਦਾ ਮਿਲਦਾ। ਜਦੋਂ ਸਾਡਾ ਮਨ ਇੱਥੇ ਰਜੋਗੁਣ 'ਤੇ ਹੁੰਦਾ, ਉਦੋਂ ਅਸੀਂ ਸਹਿੰਸਿਆਂ ਦੇ ਵਿੱਚ, ਫਿਕਰਾਂ ਦੇ ਵਿੱਚ, ਚਿੰਤਾਵਾਂ ਦੇ ਵਿੱਚ ਪਏ ਹੁੰਦੇ ਹਾਂ। ਉਦੋਂ ਅਸੀਂ ਇਹ ਹੱਟ ਦੇ ਉੱਤੇ ਖੜ੍ਹੇ ਹੁੰਦੇ। ਇੱਥੇ ਅਸੀਂ ਆਪਦਾ ਧਨ ਜਿਹੜਾ ਸਵਾਸਾਂ ਦਾ ਉਹ ਖਰਚ ਕਰਦੇ, ਅਤੇ ਇੱਥੋਂ ਇਹ ਕੱਚਾ ਸੌਦਾ ਜਿਹੜਾ ਇਹ ਖਰੀਦੀ ਜਾਂਦੇ ਹਾਂ, ਜਿਹੜਾ ਕਿ ਸਾਡੇ ਨਾਲ ਨਹੀਂ ਜਾਣ ਵਾਲਾ। ਹੁਣ ਜਦੋਂ ਅਸੀਂ ਇਸ ਤੋਂ ਅੱਗੇ ਤਮੋਗੁਣੀ ਹੱਟ, ਹੁਣ ਤਮੋਗੁਣ ਹੱਟ ਹੈ ਜਿਹੜਾ, ਉਹ ਤੋਂ ਜਿਹੜਾ ਸੌਦਾ ਮਿਲਦਾ, ਉਹਦੇ ਵਿੱਚ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਈਰਖਾ, ਵੈਰ, ਵਿਰੋਧ, ਨਫ਼ਰਤ, ਹਉਮੈ, ਹੰਕਾਰ। ਉਸ ਹੱਟ ਤੋਂ ਹੀ ਸੌਦਾ ਮਿਲਦਾ।
ਜਦੋਂ ਹੁਣ ਅਸੀਂ ਕਿਸੇ ਦੀ ਨਿੰਦਿਆ ਕਰਦੇ ਹਾਂ, ਕਿਸੇ ਨਾਲ ਈਰਖਾ ਨਫ਼ਰਤ ਕਰਦੇ ਹਾਂ, ਛੋਟੀ ਛੋਟੀ ਗੱਲ 'ਤੇ ਸਾਨੂੰ ਗੁੱਸਾ ਚੜ੍ਹਦਾ, ਉਦੋਂ ਫਿਰ ਅਸੀਂ ਇਹ ਤਮੋਗੁਣੀ ਹੱਟ 'ਤੇ ਹੁੰਦੇ ਹਾਂ। ਇੱਥੇ ਅਸੀਂ ਆਪਦਾ ਸਵਾਸਾਂ ਦਾ ਧਨ ਖਰਚ ਕਰਦੇ ਹਾਂ ਅਤੇ ਇੱਥੋਂ ਸੌਦਾ ਲਈ ਜਾਂਦੇ। ਹੁਣ ਇਹ ਜਿਹੜਾ ਸੌਦਾ ਇਹ ਵੀ ਨਾਸਵਾਨ, ਜਿਹੜਾ ਫਿਰ ਸਤੋਗੁਣੀ ਹੱਟ, ਸਤੋਗੁਣ ਹੱਟ ਤੋਂ ਜਿਹੜਾ ਸੌਦਾ ਮਿਲਦਾ ਉਹਦੇ ਵਿੱਚ ਦਇਆ, ਨਰਮਤਾਈ, ਸਹਿਣਸ਼ੀਲਤਾ, ਸਬਰ, ਸੰਤੋਖ, ਪੁੰਨ, ਦਾਨ, ਉਹਦੇ ਵਿੱਚ ਇਹ ਸੌਦਾ ਪਿਆ। ਹੁਣ ਜਦੋਂ ਸਾਡੇ ਅੰਦਰ ਇਹ ਵਿਚਾਰ ਚੱਲਦੇ ਉਦੋਂ ਅਸੀਂ ਇਹ ਸਤੋਗੁਣੀ ਹੱਟ 'ਤੇ ਬੈਠੇ ਹੁੰਦੇ ਹਾਂ। ਇੱਥੋਂ ਅਸੀਂ ਇਹ ਸੌਦਾ ਖਰੀਦਦੇ ਅਤੇ ਇੱਥੇ ਅਸੀਂ ਆਪਦਾ ਧਨ ਜਿਹੜਾ ਉਹ ਖਰਚ ਕਰਦੇ। ਹੁਣ ਇਹ ਜਿਹੜੇ ਤਿੰਨੇ ਹੀ ਹੱਟ ਨੇ, ਤਿੰਨੇ ਹੀ ਨਾਸਵਾਨ। ਮਹਾਰਾਜ ਕਹਿੰਦੇ ਰਾਜ ਵਿਨਾਸੀ, ਧਾਮ ਵਿਨਾਸੀ, ਸਾਤਕ ਭੀ ਬੇਨਾਦਾ, ਦ੍ਰਿਸ਼ਟ ਮਾਨ ਹੈ ਸਗਲ ਵਿਨਾਸੀ, ਇੱਕ ਸਾਧ ਵਚਨ ਅਗਾਧਾ। ਬਈ ਇਹ ਜਿਹੜਾ ਰਜੋ ਗੁਣ, ਤਮੋ ਗੁਣ ਅਤੇ ਸਤੋ ਗੁਣ ਇਹ ਨਾਸਵਾਨ, ਇਸੋ ਜਿਹੜਾ ਅਸੀਂ ਸੌਦਾ ਲੈਂਦੇ ਇਹ ਸਭ ਕੱਚਾ ਵਪਾਰ ਹੈ। ਇਸੋ ਕੋਈ ਵੀ ਵਸਤੂ ਸਾਡੇ ਨਾਲ ਨਹੀਂ ਜਾ ਸਕਦੀ, ਇੱਥੋਂ ਅਸੀਂ ਕੁਝ ਵੀ ਨਾਲ ਨਹੀਂ ਲੈ ਜਾ ਸਕਦੇ ਇਹਨਾਂ ਦੇ ਵਿੱਚ। ਹੁਣ ਜਿਹੜਾ ਫਿਰ ਚੌਥਾ ਹੱਟ, ਉਹਨੂੰ ਮੋਖ ਦਾ ਹੱਟ ਕਹਿੰਦੇ, ਮੁਕਤੀ ਦਾ ਦਵਾਰ, ਜਿੱਥੋਂ ਸਾਨੂੰ ਮੁਕਤੀ ਮਿਲਣੀ, ਜਿੱਥੋਂ ਸਾਨੂੰ ਅਮਰ ਪਦਵੀ ਮਿਲਣੀ, ਜਿੱਥੋਂ ਸਾਨੂੰ ਸਾਡੇ ਮਨ ਦੀ ਖੁਰਾਕ ਅੰਮ੍ਰਿਤ ਮਿਲਣਾ, ਜਿੱਥੋਂ ਸਾਨੂੰ ਨਾਮ ਰਤਨ ਦੀ ਪ੍ਰਾਪਤੀ ਹੋਣੀ ਅਤੇ ਸਾਡੇ ਮਨ ਨੂੰ ਸੁੱਖ ਸਹੂਲਤਾਂ ਦੀ ਪ੍ਰਾਪਤੀ ਹੋਣੀ, ਉਹ ਸਭ ਚੌਥੇ ਹੱਟ ਮੋਖ ਦੇ ਹੱਟ 'ਤੇ। ਹੁਣ ਜਿਵੇਂ ਅਸੀਂ ਇਹਨਾਂ ਤਿੰਨਾਂ ਹੱਟਾਂ ਤੋਂ ਜਦੋਂ ਸੌਦਾ ਲੈਂਦੇ, ਇੱਥੇ ਅਸੀਂ ਸਵਾਸਾਂ ਦਾ ਧਨ ਖਰਚ ਕਰਦੇ ਹਾਂ ਅਤੇ ਇੱਥੋਂ ਸੌਦਾ ਖਰੀਦਦੇ ਹਾਂ। ਹੁਣ ਜਿਹੜਾ ਚੌਥਾ ਹੱਟ ਹੈ, ਉੱਥੋਂ ਜੇ ਅਸੀਂ ਸੌਦਾ ਲੈਣਾ ਚਾਹੁੰਦੇ ਮਨ ਵਾਸਤੇ, ਅਤੇ ਸਾਨੂੰ ਉੱਥੇ ਜਿਹੜਾ ਧਨ ਸਵਾਸਾਂ ਦਾ ਜਮ੍ਹਾਂ ਕਰਾਉਣਾ ਪਏਗਾ। ਜਦ ਤੱਕ ਅਸੀਂ ਇਹ ਧਨ ਸਵਾਸਾਂ ਦਾ ਜਮ੍ਹਾਂ ਨਹੀਂ ਕਰਾਉਂਦੇ, ਉਹਨਾਂ ਸਮਾਂ ਅਸੀਂ ਉਹ ਹੱਟ ਤੋਂ ਸੌਦਾ ਨਹੀਂ ਲੈ ਸਕਦੇ। ਮਹਾਰਾਜ ਇਸ ਲਈ ਫਰਮਾਉਂਦੇ, ਬਿਨ ਦਮ ਕੇ ਸੌਦਾ ਨਹੀਂ ਹਾਟ, ਬਿਨ ਬੋਹਿਤ ਸਾਗਰ ਨਹੀਂ ਬਾਟ, ਬਿਨ ਗੁਰ ਸੇਵੇ ਘਾਟੇ ਘਾਟ। ਬਈ ਜਿਵੇਂ ਸਾਨੂੰ ਦਮਾਂ ਤੋਂ ਬਿਨਾਂ ਸਾਨੂੰ ਸੌਦਾ ਨਹੀਂ ਮਿਲੇਗਾ, ਜਿਵੇਂ ਬੋਹਿਤ ਤੋਂ ਬਿਨਾਂ ਅਸੀਂ ਸਾਗਰ ਨੂੰ ਪਾਰ ਨਹੀਂ ਹੋ ਸਕਦੇ। ਸਿਮਰਨ ਜਦ ਤੱਕ ਅਸੀਂ ਨਹੀਂ ਕਰਦੇ ਸਾਨੂੰ ਘਾਟਾ ਹੀ ਘਾਟਾ, ਕਿਉਂਕਿ ਅਸੀਂ ਆਪਦਾ ਧਨ ਜਿਹੜਾ ਇਹ ਤਿੰਨਾਂ ਹੱਟਾਂ 'ਤੇ ਖਰਚ ਕਰੀ ਜਾਂਦੇ ਹਾਂ। ਹੁਣ ਆਪਾਂ ਨੂੰ ਫਿਰ ਕਹਿੰਦੇ ਵੀ ਤੁਸੀਂ ਆਪਦਾ ਧਨ ਸਵਾਸਾਂ ਦਾ ਨਿਰਗੁਣ ਦੇ ਖਜ਼ਾਨੇ 'ਚ ਜਮ੍ਹਾਂ ਕਰਾਓ। ਹੁਣ ਇਹ ਜਿਹੜਾ ਆਪਾਂ ਸਿਮਰਨ ਅਭਿਆਸ ਕਰਦੇ, ਸਾਹਮਣੇ ਆਪਣਾ ਮਾਤਾ ਪਿਤਾ ਵਾਹਿਗੁਰੂ ਜਦੋਂ ਸਾਨੂੰ ਸਵਾਸ ਦਿੰਦੇ ਨੇ, ਆਪਾਂ ਇਸ ਸਵਾਸ ਨੂੰ ਨਹੀਂ ਵਰਤਦੇ, ਆਪਾਂ ਸਿਮਰਨ ਕਰਕੇ ਇੱਥੇ ਖਾਲੀ ਖਲਾ ਨਿਰਗੁਣ ਦੇ ਵਿੱਚ ਜਮ੍ਹਾਂ ਕਰਾ ਦਿੰਦੇ। ਹੁਣ ਇਹਨਾਂ ਸਵਾਸਾਂ ਦੇ ਬਦਲੇ ਫਿਰ ਸਾਨੂੰ ਮਨ ਵਾਸਤੇ ਸੌਦਾ ਮਿਲਣਾ। ਫਿਰ ਕਿਹੜੇ ਗੁਰਮੁਖ ਨੇ ਕਿੰਨਾ ਕਿੰਨਾ ਧਨ ਇਹਨਾਂ ਹੱਟਾਂ 'ਤੇ ਜਮ੍ਹਾਂ ਕਰਾਏ, ਫਿਰ ਉਹ ਮਾਲਕ ਸਾਡੇ ਅੰਦਰ ਬੈਠ ਕੇ ਇਹਨਾਂ ਸਵਾਸਾਂ ਨੂੰ ਤੋਲਦੇ। ਫਰਮਾਉਂਦੇ ਨੇ, ਇਸ ਕਾਇਆ ਅੰਦਰ ਤੋਲ ਤਲਾਵੇ ਆਪੇ ਤੋਲਣ ਹਾਰਾ। ਵੀ ਮਾਲਕ ਬੈਠ ਕੇ ਕਾਇਆ ਦੇ ਵਿੱਚ ਤੋਲਦੇ। ਹੁਣ ਜਦੋਂ ਤੋਲਦੇ ਦੇਖਦੇ ਵੀ ਕਿਹੜੇ ਗੁਰਮੁਖ ਨੇ ਕਿੰਨਾ ਕਿੰਨਾ ਧਨ ਜਮ੍ਹਾਂ ਕਰਾਇਆ ਸਵਾਸਾਂ 'ਚ। ਜਿਹਦਾ ਅਸੀਂ ਇੰਨਾ ਧਨ ਜਮ੍ਹਾਂ ਕਰਾ ਦਿੱਤਾ ਵੀ ਅਸੀਂ ਨਾਮ ਰਤਨ ਹੈ ਜਿਹੜਾ ਉਹਦੇ ਅਸੀਂ ਕਾਬਲ ਹੋ ਗਏ ਹਾਂ, ਵੀ ਇੰਨਾ ਧਨ ਜਮ੍ਹਾਂ ਕਰਾ ਦਿੱਤਾ ਅਤੇ ਸਾਨੂੰ ਨਾਮ ਦੀ ਦਾਤ ਦੇ ਦਿੰਦੇ। ਜੇ ਦੇਖਦੇ ਵੀ ਹਜੇ ਇੰਨਾ ਧਨ ਜਮ੍ਹਾਂ ਨਹੀਂ ਹੋਇਆ ਵੀ ਨਾਮ ਦੇ ਬਰਾਬਰ ਹੋਵੇ, ਫਿਰ ਉਹ ਸਾਨੂੰ ਸਾਡੇ ਮਨ ਦੀ ਜਿਹੜੀ ਖੁਰਾਕ ਅੰਮ੍ਰਿਤ ਉਹ ਥੋੜ੍ਹਾ ਥੋੜ੍ਹਾ ਸਾਨੂੰ ਰਸ ਦੇਣਾ ਸ਼ੁਰੂ ਕਰ ਦਿੰਦੇ। ਉਹ ਜਦੋਂ ਸਾਨੂੰ ਰਸ ਦਿੰਦੇ ਉਹਨੂੰ ਕਹਿੰਦੇ ਅੰਮ੍ਰਿਤ ਰਸ, ਹਰ ਰਸ। ਸਾਡੇ ਮਨ ਦੀ ਖੁਰਾਕ ਅਤੇ ਉਹਦੇ ਨਾਲ ਸਾਡਾ ਮੁੱਖ ਜਿਹੜਾ ਮਿੱਠਾ ਹੋਣਾ ਸ਼ੁਰੂ ਹੋ ਜਾਂਦਾ। ਆਪਾਂ ਸਿਮਰਨ ਕਰਾਂਗੇ ਅਤੇ ਆਪਣਾ ਮੁੱਖ ਮਿੱਠਾ ਹੋਈ ਜਾਣ, ਸਾਨੂੰ ਅੰਮ੍ਰਿਤ ਆਈ ਜਾਣ।
ਫਿਰ ਉਦੋਂ ਕਹਿੰਦੇ ਵੀ ਇਹ ਵੱਡੇ ਭਾਗਾਂ ਵਾਲੇ ਬਣ ਗਏ, ਵੀ ਇਹਨਾਂ ਨੇ ਧਨ ਜਮ੍ਹਾਂ ਕਰਾਇਆ ਸਵਾਸਾਂ ਦਾ। ਮਾਲਕ ਨੇ ਖੁਸ਼ ਹੋ ਕੇ ਇਹਨਾਂ ਨੂੰ ਇਹਨਾਂ ਦੇ ਮਨ ਦੀ ਖੁਰਾਕ ਦਿੱਤੀ ਅਤੇ ਵੱਡੇ ਭਾਗਾਂ ਵਾਲੇ ਬਣ ਗਏ। ਬਈ ਇਹਨਾਂ ਦਾ ਜਿਹੜਾ ਕਾਰਜ ਹੁਣ ਆਰੰਭ ਹੋ ਗਿਆ। ਮਾਲਕ ਨੇ ਖੁਸ਼ ਹੋ ਕੇ ਮੁੱਖ ਮਿੱਠਾ ਕੀਤਾ ਵੀ ਤਾਂ ਕਿ ਜਿਹੜਾ ਸਾਡਾ ਅਸਲ ਕਾਰਜ ਹੈ ਪਰਮਾਤਮਾ ਨੂੰ ਮਿਲਣਾ, ਉਹ ਫਿਰ ਸਾਡਾ ਕਾਰਜ ਇੱਥੋਂ ਆਰੰਭ ਹੋ ਜਾਂਦਾ। ਮਹਾਰਾਜ ਫਰਮਾਉਂਦੇ ਨੇ, ਸਹਿਜ ਆਨੰਦ ਹੋਆ ਬਡ ਭਾਗੀ, ਮਨ ਹਰ ਹਰ ਮੀਠਾ ਲਾਇਆ, ਜਨ ਕਹੇ ਨਾਨਕ ਲਾ ਪਹਿਲੀ ਆਰੰਭ ਕਾਜ ਰਚਾਇਆ। ਵੀ ਸਾਡੀ ਪਹਿਲੀ ਲਾਭ ਸੀ ਜਿਹੜੀ ਉਹ ਆਰੰਭ ਹੋ ਗਈ ਅਤੇ ਸਾਡਾ ਕਾਰਜ ਆਰੰਭ ਹੋ ਗਿਆ ਅਤੇ ਮਾਲਕ ਨੇ ਖੁਸ਼ ਹੋ ਕੇ ਆਪਣਾ ਜਿਹੜਾ ਮੁੱਖ ਮਿੱਠਾ ਕਰਨਾ ਸ਼ੁਰੂ ਕਰ ਦਿੱਤਾ। ਫਿਰ ਤੁਸੀਂ ਦੇਖੋਗੇ ਵੀ ਆਪਾਂ ਕੋਈ ਮਿੱਠੀ ਚੀਜ਼ ਵੀ ਨਹੀਂ ਖਾਧੀ, ਵੀ ਫਿਰ ਵੀ ਆਪਣਾ ਜਿਹੜਾ ਮੁੱਖ ਮਿੱਠਾ ਹੀ ਰਹਿੰਦਾ। ਅੰਮ੍ਰਿਤ ਸਾਨੂੰ ਥੋੜ੍ਹਾ ਥੋੜ੍ਹਾ ਰਸ ਆਉਂਦਾ ਹੀ ਰਹਿੰਦਾ। ਇਉਂ ਜਿਹੜੇ ਗੁਰਮੁਖ ਉਹਨਾਂ ਦੀ ਫਿਰ ਬਾਣੀ ਅੰਮ੍ਰਿਤਮਈ ਹੋ ਜਾਂਦੀ, ਉਹਨਾਂ ਦੀ ਬਾਣੀ ਮਿੱਠੀ ਹੁੰਦੀ ਕਿਉਂਕਿ ਉਹਨਾਂ ਦੇ ਮੁੱਖ 'ਚ ਅੰਮ੍ਰਿਤ ਆਉਂਦਾ, ਇਸ ਕਰਕੇ ਉਹ ਮਿੱਠਾ ਬੋਲਦੇ, ਪਿਆਰਾ ਬੋਲਦੇ। ਉਹ ਅੰਮ੍ਰਿਤਮਈ ਵਚਨ ਹੁੰਦੇ। ਜਦੋਂ ਉਹ ਵਚਨਾਂ ਦੀ ਧੂੜੀ ਸਾਡੇ ਮਨ 'ਤੇ ਪੈਂਦੀ, ਸਾਨੂੰ ਵੀ ਸ਼ਾਂਤੀ ਆਉਂਦੀ, ਸਾਨੂੰ ਸੁੱਖ ਮਿਲਦਾ। ਮਹਾਰਾਜ ਇਸ ਲਈ ਫਿਰ ਸਾਨੂੰ ਸਮਝਾਉਂਦੇ ਵੀ ਜਿਨ੍ਹਾਂ ਨੂੰ ਇਹ ਰਸ ਨਹੀਂ ਆਇਆ ਉਹਨਾਂ ਨੂੰ ਕਹਿੰਦੇ ਵੀ ਇਹ ਭਾਗਾਂ ਤੋਂ ਹੀਣੇ ਨੇ, ਜਮਾਂ ਦੇ ਵਸ ਨੇ ਅਤੇ ਜੂਨਾਂ 'ਚ ਵਾਪਸ ਮੁੜ ਜਾਣਗੇ। ਕਿਉਂਕਿ ਇਹਨਾਂ ਨੇ ਕਮਾਈ ਨਹੀਂ ਕੀਤੀ। ਜੇ ਕਮਾਈ ਕੀਤੀ ਹੁੰਦੀ ਤਾਂ ਇਹਨਾਂ ਨੂੰ ਰਸ ਆਉਂਦਾ। ਉਹ ਵੀ ਫਿਰ ਆਪਾਂ ਰੋਜ਼ ਪੜ੍ਹਦੇ, ਸਤਿਗੁਰੂ ਫਰਮਾਉਂਦੇ, ਜਿਨ ਹਰ 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 ਰਸ ਨਾਮ ਨਾ ਪਾਇਆ ਇਹ ਭਾਗਹੀਣ ਜਮ ਪਾਸ। ਬਈ ਉਹ ਭਾਗਾਂ ਤੋਂ ਹੀਣੇ ਅਤੇ ਜਮਾਂ ਦੇ ਵਸ, ਜਿਨ੍ਹਾਂ ਨੂੰ ਇਹ ਨਹੀਂ ਰਸ ਆਇਆ ਹਰ ਰਸ। ਹੁਣ ਸੱਚੇ ਪਾਤਸ਼ਾਹ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਸਾਡੇ ਮਨ ਦੀ ਖੁਰਾਕ, ਸਾਡੇ ਮਨ ਦਾ ਭੋਜਨ ਹੈ ਅੰਮ੍ਰਿਤ। ਜਿਵੇਂ ਅਸੀਂ ਹੁਣ ਤਨ ਨੂੰ ਭੋਜਨ ਦਿੰਦੇ ਹਾਂ, ਸਰੀਰ ਨੂੰ ਰੋਜ਼ ਆਪਾਂ ਪ੍ਰਸ਼ਾਦਾ ਪਾਣੀ ਛਕਦੇ ਹਾਂ। ਜੇ ਹੁਣ ਇਹ ਤਨ ਨੂੰ ਆਪਾਂ ਭੋਜਨ ਨਾ ਦਈਏ ਤਾਂ ਤਨ ਕਮਜ਼ੋਰ ਹੋ ਜਾਏਗਾ। ਜੇ ਆਪਾਂ ਪ੍ਰਸ਼ਾਦਾ ਨਾ ਛਕੀਏ ਤਾਂ ਸਰੀਰ ਦੇ ਵਿੱਚ ਗਰਮੈਸ਼ ਵੱਧ ਜਾਏਗੀ, ਗਰਮੀ ਵੱਧ ਜਾਏਗੀ ਅਤੇ ਆਪਾਂ ਨੂੰ ਸਰੀਰ ਨੂੰ ਰੋਗ ਲੱਗ ਜਾਣਗੇ, ਬਿਮਾਰੀਆਂ ਲੱਗ ਜਾਣਗੀਆਂ। ਹੁਣ ਇਸੇ ਤਰ੍ਹਾਂ ਹੀ ਜਦੋਂ ਅਸੀਂ ਆਪਦੇ ਮਨ ਨੂੰ ਖੁਰਾਕ ਨਹੀਂ ਦਿੰਦੇ ਅੰਮ੍ਰਿਤ, ਮੇਰੇ ਮਨ ਦੇ ਵਿੱਚ ਇੰਨੀ ਗਰਮੈਸ਼ ਵੱਧ ਜਾਂਦੀ, ਸਾਨੂੰ ਨਿੱਕੀ ਨਿੱਕੀ ਗੱਲ 'ਤੇ ਗੁੱਸਾ ਆਉਂਦਾ, ਸਾਨੂੰ ਕ੍ਰੋਧ ਚੜ੍ਹਦਾ। ਛੋਟੀ ਛੋਟੀ ਗੱਲ ਅਸੀਂ ਕਿਸੇ ਦੀ ਸਹਾਰ ਨਹੀਂ ਸਕਦੇ। ਸਾਨੂੰ ਛੋਟੀ ਛੋਟੀ ਗੱਲ 'ਤੇ ਇੰਨਾ ਗੁੱਸਾ ਆਉਂਦਾ, ਅਸੀਂ ਲੜਨਾ ਸ਼ੁਰੂ ਕਰ ਦਿੰਦੇ। ਇਹ ਜਿਹੜਾ ਮਨ ਕਮਜ਼ੋਰ ਹੈ, ਇਹ ਕਮਜ਼ੋਰ ਮਨ ਦੇ ਲੱਛਣ ਨੇ। ਉਹ ਬਿਮਾਰੀ ਸਾਨੂੰ ਲੱਗੀ, ਇਹਨੂੰ ਮਹਾਰਾਜ ਕਹਿੰਦੇ ਵੀ ਰੋਗੀ ਚਿੱਤ। ਜਿਹੜਾ ਮਨ ਰੋਗੀ ਹੈ ਉਹ ਰੋਗੀ ਦੇ ਲੱਛਣ। ਜਿਹਨੂੰ ਨਿੱਕੀ ਨਿੱਕੀ ਗੱਲ 'ਤੇ ਗੁੱਸਾ ਆਉਂਦਾ, ਜਿਹਦੇ ਅੰਦਰ ਬਿਲਕੁਲ ਵੀ ਸਹਿਣਸ਼ੀਲਤਾ, ਸਬਰ, ਸੰਤੋਖ ਨਹੀਂ ਹੈ, ਉਹ ਬਿਮਾਰ ਹੈ, ਉਹ ਰੋਗੀ ਹੋਇਆ ਹੋਇਆ। ਹੁਣ ਉਹਦਾ ਰੋਗ ਜਿਹੜਾ ਉਹ ਸੰਸਾਰੀ ਡਾਕਟਰ ਦੂਰ ਨਹੀਂ ਕਰ ਸਕਦੇ। ਸੰਸਾਰ 'ਚ ਐਸੀ ਡਾਕਟਰਾਂ ਪਾਸ ਕੋਈ ਦਾਰੂ ਨਹੀਂ ਹੈ ਜਿਹੜੀ ਉਹ ਸਾਨੂੰ ਦੇ ਦੇਣ ਅਤੇ ਜਿਹਦੇ ਨਾਲ ਸਾਡੇ ਅੰਦਰੋਂ ਗੁੱਸਾ ਖਤਮ ਹੋ ਜਾਏ, ਜਿਹਦੇ ਨਾਲ ਸਾਡੇ ਅੰਦਰੋਂ ਵੈਰ ਵਿਰੋਧ, ਹਉਮੈ, ਹੰਕਾਰ ਖਤਮ ਹੋ ਜਾਏ। ਉਹਦਾ ਸਿਰਫ ਜਦੋਂ ਅਸੀਂ ਗੁਰਬਾਣੀ ਗੁਰੂ ਦੇ ਦੱਸੇ ਮੁਤਾਬਕ, ਜਦੋਂ ਅਸੀਂ ਸਤ ਸੰਗਤ ਕਰਾਂਗੇ, ਗੁਰੂ ਦਾ ਬਚਨ ਮੰਨਾਂਗੇ, ਫਿਰ ਸਾਡੇ ਮਨ ਦਾ ਇਲਾਜ ਹੋਣਾ, ਨਹੀਂ ਤਾਂ ਹੋਣਾ ਨਹੀਂ। ਇਹੋ ਕਾਰਨ ਹੈ ਵੀ ਜੋ ਆਪਾਂ ਦੇਖਦੇ, ਜਿਵੇਂ ਸੰਸਾਰ 'ਚ ਹੁਣ ਦੀ ਜਿਹੜੀ ਜੀਵਾਂ ਦੀ ਅਵਸਥਾ, ਜਿਵੇਂ ਪੁਰਾਣੇ ਬਜ਼ੁਰਗ ਕਹਿ ਦਿੰਦੇ ਵੀ ਉਦੋਂ ਪਹਿਲਾਂ ਪੁਰਾਣਿਆਂ ਸਮਿਆਂ ਦੇ ਵਿੱਚ ਜੀਵਾਂ ਦੇ ਵਿੱਚ ਬਹੁਤ ਸਹਿਣਸ਼ੀਲਤਾ ਸੀ, ਸਬਰ ਸੀ, ਸੰਤੋਖ ਸੀ। ਪਰ ਜਿਹੜੇ ਹੁਣ ਦੇ ਨੇ, ਹੁਣ ਵਾਲਿਆਂ ਦੇ ਵਿੱਚ ਇੰਨਾ ਸਬਰ ਸੰਤੋਖ ਨਹੀਂ ਹੈ, ਇੰਨੀ ਸਹਿਣਸ਼ੀਲਤਾ ਨਹੀਂ ਵੀ ਕਿਸੇ ਦੀ ਗੱਲ ਸਹਾਰ ਸਕਣ। ਇਹਦਾ ਕਾਰਨ ਇਹ ਹੈ ਵੀ ਅਸੀਂ ਵੱਧ ਰੋਗੀ ਹੋ ਗਏ ਹਾਂ। ਇਹ ਰੋਗ ਦਾ ਕਾਰਨ ਕੀ ਹੈ? ਰੋਗ ਦਾ ਕਾਰਨ ਹੈ ਵਿਗਿਆਨ। ਜੋ ਅਸੀਂ ਕਹਿੰਦੇ ਹਾਂ ਨਾ ਵੀ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ,
ਇਹ ਜਿਉਂ-ਜਿਉਂ ਵਿਗਿਆਨ ਤਰੱਕੀ ਕਰਦਾ ਤਿਉਂ-ਤਿਉਂ ਜੀਵ ਹੋਰ ਨਾਸਤਕ ਅਤੇ ਹੋਰ ਮਨਮੁਖ ਹੁੰਦਾ ਜਾਂਦਾ। ਅਸੀਂ ਕੁਦਰਤ ਤੋਂ ਪਰਮਾਤਮਾ ਤੋਂ ਦੂਰ ਹੁੰਦੇ ਜਾਂਦੇ ਹਾਂ ਅਤੇ ਜਿਹੜੀਆਂ ਬੇਜਾਨ ਚੀਜ਼ਾਂ ਉਹਨਾਂ ਦੇ ਨਾਲ ਅਸੀਂ ਪਿਆਰ ਪਾਈ ਜਾਂਦੇ, ਉਹਨਾਂ ਦੇ ਨਾਲ ਅਸੀਂ ਜੁੜੀ ਜਾਂਦੇ। ਜਿਵੇਂ ਹੁਣ ਆਪਾਂ ਦੇਖਦੇ ਹਾਂ ਮੋਬਾਇਲ ਆ ਗਈ, ਜੀਵ ਮੋਬਾਈਲਾਂ 'ਤੇ ਇੰਨਾ ਜੁੜਿਆ ਬਈ ਜਿਹੜਾ ਤਾਂ ਪਰਮਾਤਮਾ ਦੀ ਜਿਹਦੇ ਅੰਦਰ ਜੋਤ ਹੈ ਉਹਦੀ ਕਦਰ ਨਹੀਂ, ਮਾਂ ਪਿਓ ਦੀ, ਭੈਣ ਭਰਾਵਾਂ ਦੀ ਕਦਰ ਨਹੀਂ, ਸਿਰਫ ਉਹ ਬੇਜਾਨ ਚੀਜ਼ ਨੂੰ ਲੈ ਕੇ ਉਹਨੂੰ ਦੇਖੀ ਜਾ ਰਹੇ। ਹੁਣ ਉਹਨੂੰ ਅਸੀਂ ਜਿੰਨਾ ਦੇਖਾਂਗੇ ਉਹ ਸਾਨੂੰ ਕੋਈ ਗੁਰਮੁਖ ਨਹੀਂ ਬਣਾਉਣ ਲੱਗੀ, ਉਹਦੇ ਨਾਲ ਸਾਡੇ ਅੰਦਰ ਕੋਈ ਸਹਿਣਸ਼ੀਲਤਾ ਜਾਂ ਸਬਰ ਸੰਤੋਖ ਨਹੀਂ ਆਉਣ ਲੱਗੀ। ਅਸੀਂ ਜਿੰਨਾ ਮਰਜ਼ੀ ਸੰਸਾਰ ਦੇ ਰੰਗ ਤਮਾਸ਼ੇ, ਜਿੰਨਾ ਮਰਜ਼ੀ ਅਸੀਂ ਨਾਟਕ ਚੇਟਕ ਉਹ 'ਤੇ ਦੇਖੀ ਚੱਲੀਏ, ਮਹਾਰਾਜ ਕਹਿੰਦੇ ਸੁੱਖ ਮਿਲਣਾ ਹੀ ਨਹੀਂ। ਸਤਿਗੁਰੂ ਇਸ ਲਈ ਫਰਮਾਉਂਦੇ ਸੁੱਖ ਨਾਹੀਂ ਪੇਖੇ ਨਿਤ ਨਾਟੇ, ਬਈ ਜਿੰਨੇ ਮਰਜ਼ੀ ਨਾਟਕ ਚੇਟਕ ਦੇਖ ਲਓ, ਜਿੰਨਾ ਮਰਜ਼ੀ ਜੋ ਦੇਖ ਲਓ, ਉਹਦੇ 'ਤੇ ਸਾਡੇ ਮਨ ਨੂੰ ਸੁੱਖ ਨਹੀਂ ਮਿਲਣਾ, ਸਾਡੇ ਮਨ ਨੂੰ ਸ਼ਾਂਤੀ ਨਹੀਂ ਆਉਣੀ ਉਹਦੇ ਨਾਲ। ਹੁਣ ਜਿਉਂ-ਜਿਉਂ ਫਿਰ ਜੀਵ ਉੱਧਰ ਨੂੰ ਵੱਧਦਾ ਤਿਉਂ-ਤਿਉਂ ਉਹਦੇ ਅੰਦਰ ਜਿਹੜੀ ਇਹ ਸਹਿਣਸ਼ੀਲਤਾ, ਸਬਰ, ਸੰਤੋਖ, ਜਤ ਸਤ ਖਤਮ ਹੁੰਦਾ ਜਾਂਦਾ ਅਤੇ ਉਹਦੇ ਉਹ ਤਮੋ ਗੁਣੀ ਹੁੰਦਾ ਜਾਂਦਾ। ਉਹਦੇ ਅੰਦਰ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਬੈਰ, ਵਿਰੋਧ, ਈਰਖਾ, ਨਫ਼ਰਤ, ਹਉਮੈ, ਹੰਕਾਰ ਉਹ ਵੱਧਦਾ ਜਾਂਦਾ ਅਤੇ ਉਹਦੇ ਜੀਵ ਨਾਸਤਕ ਅਤੇ ਮਨਮੁਖ ਹੁੰਦਾ ਜਾਂਦਾ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਨੇ ਸਮਝਾਇਆ ਵੀ ਇਹ ਜਿਹੜਾ ਕਲਾ ਦਾ ਯੁੱਗ ਹੈ ਬਈ ਇਹਦੇ ਵਿੱਚ ਅਸੀਂ ਫੇਰ ਹੀ ਬਚ ਸਕਦੇ ਹਾਂ ਜੇ ਅਸੀਂ ਸਤਿਗੁਰਾਂ ਦਾ ਓਟ ਆਸਰਾ ਲਵਾਂਗੇ, ਜੇ ਅਸੀਂ ਸਤ ਸੰਗਤ ਕਰਾਂਗੇ, ਜੇ ਅਸੀਂ ਸਿਮਰਨ ਕਰਾਂਗੇ, ਗੁਰੂ ਦੀ ਮੱਤ ਲੈ ਕੇ ਚੱਲਾਂਗੇ ਤਾਂ ਅਸੀਂ ਬਚ ਸਕਦੇ, ਨਹੀਂ ਤਾਂ ਹੋਰ ਬਚਣ ਦਾ ਕੋਈ ਸਾਧਨ ਨਹੀਂ। ਜੇ ਅਸੀਂ ਆਖੀਏ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਇਹਨਾਂ ਚੀਜ਼ਾਂ ਤੋਂ ਬਚ ਸਕਣਗੇ ਅਤੇ ਅਸੀਂ ਉਹਨਾਂ ਨੂੰ ਦਿੱਤਾ ਕੀ ਵੀ ਜਿਹੜਾ ਉਹ ਬਚਣਗੇ, ਕਿਉਂਕਿ ਮਨ ਨੂੰ ਤਾਂ ਕੋਈ ਨਾ ਕੋਈ ਆਸਰਾ ਚਾਹੀਦਾ ਬਚਣ ਵਾਸਤੇ, ਕੋਈ ਨਾ ਕੋਈ ਸਹਾਰਾ ਤਾਂ ਚਾਹੀਦਾ ਨਾ ਉਹਨੂੰ ਵੀ ਜਿਹਦੇ ਨਾਲ ਉਹ ਬਚ ਸਕੇ। ਹੁਣ ਅਸੀਂ ਮਨ ਨੂੰ ਆਸਰਾ ਦੇਣਾ ਗੁਰੂ ਦੀ ਮੱਤ ਦਾ, ਗਿਆਨ ਦਾ। ਜੇ ਮਨ ਨੂੰ ਗਿਆਨ ਹੋਏਗਾ, ਸੋਝੀ ਹੋਏਗੀ, ਗਿਆਨ ਦੁਆਰਾ ਹੀ ਰੁਕ ਸਕਦਾ। ਮਹਾਰਾਜ ਜਿਵੇਂ ਆਪਾਂ ਨੂੰ ਉਦਾਹਰਨ ਦਿੰਦੇ ਵੀ ਕੁੰਭ ਘੜਾ, ਉਹਦੇ ਵਿੱਚ ਅਸੀਂ ਪਾਣੀ ਰੋਕ ਲੈਂਦੇ ਹਾਂ, ਖੜ ਜਾਂਦਾ। ਇਸੇ ਤਰ੍ਹਾਂ ਹੀ ਗਿਆਨ ਦੁਆਰਾ ਸਾਡਾ ਮਨ ਖੜ੍ਹਦਾ, ਸਾਡਾ ਮਨ ਰੁਕ ਜਾਂਦਾ। ਪਰ ਗੁਰੂ ਤੋਂ ਬਿਨਾਂ ਸਾਨੂੰ ਇਹ ਗਿਆਨ ਹੁੰਦਾ ਨਹੀਂ। ਜਦ ਤੱਕ ਅਸੀਂ ਸਤ ਸੰਗਤ ਨਹੀਂ ਕਰਾਂਗੇ ਸਾਨੂੰ ਗਿਆਨ ਕਿੱਥੋਂ ਹੋਣਾ। ਮਹਾਰਾਜ ਤਾਈਆਂ ਫਰਮਾਉਂਦੇ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਈ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਈ। ਬਈ ਜਿਹੜਾ ਸਾਡਾ ਮਨ ਹੈ ਗਿਆਨ ਦਾ ਬੱਧਾ ਹੋਇਆ ਰੁਕਦਾ। ਹੁਣ ਗੁਰੂ ਤੋਂ ਬਿਨਾਂ ਸਾਨੂੰ ਇਹ ਗਿਆਨ ਹੁੰਦਾ ਨਹੀਂ, ਸਾਨੂੰ ਸੋਝੀ ਨਹੀਂ ਆਉਂਦੀ। ਸੋ ਇਸ ਵਾਸਤੇ ਫਿਰ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਵੀ ਸਾਡੇ ਸਾਰਿਆਂ ਵਾਸਤੇ ਜ਼ਰੂਰੀ ਹੈ ਸਤ ਸੰਗਤ। ਸਤ ਸੰਗਤ ਸਤਿਗੁਰ ਦਾ ਸਕੂਲ ਹੈ। ਜੇ ਅਸੀਂ ਸਤਿਗੁਰਾਂ ਦੇ ਸਕੂਲ ਵਿੱਚ ਆਵਾਂਗੇ, ਜੋ ਸਾਨੂੰ ਸਤਿਗੁਰੂ ਇਹ ਬ੍ਰਹਮ ਦਾ ਗਿਆਨ ਦੇ ਰਹੇ, ਜੇ ਅਸੀਂ ਇਹ ਬ੍ਰਹਮ ਦਾ ਗਿਆਨ ਲਵਾਂਗੇ ਸਾਡੇ ਮਨ ਸ਼ੀਤਲ ਹੋਣਗੇ, ਠੰਡੇ ਹੋਣਗੇ। ਜੇ ਅਸੀਂ ਇਹ ਨਹੀਂ ਬ੍ਰਹਮ ਦਾ ਗਿਆਨ ਲਵਾਂਗੇ ਫਿਰ ਤਾਂ ਆਪਾਂ ਦੇਖਦੇ ਹੀ ਸੰਸਾਰ 'ਚ ਵੀ ਕਿਵੇਂ ਮਨ ਤਪਦੇ ਨੇ, ਕਿਵੇਂ ਦੁਰਮਤ ਦੀ ਅਗਨ ਜਿਹੜੀ ਉਹ ਸਾਰੇ ਜਗਤ ਨੂੰ ਸਾੜ ਰਹੀ। ਸਤਿਗੁਰੂ ਫਰਮਾਉਂਦੇ ਦੁਰਮਤ ਅਗਨ ਜਗਤ ਪਰ ਜਾ ਰਹੀ, ਵੀ ਇਹ ਦੁਰਮਤ ਦੀ ਅਗਨ ਸਾਰੇ ਜੱਗ ਨੂੰ ਸਾੜ ਰਹੀ। ਹੁਣ ਇਹ ਅਗਨ ਤੋਂ ਅਸੀਂ ਬਚੀਏ ਕਿਵੇਂ? ਕੌਣ ਬਚਦੇ? ਜਿਹੜੇ ਫਿਰ ਸ਼ਬਦ ਦੀ, ਨਾਮ ਦੀ ਵਿਚਾਰ ਕਰਦੇ ਉਹ ਇਹ ਅਗਨ ਤੋਂ ਬਚ ਜਾਂਦੇ, ਬਾਕੀ ਸਭ ਨੂੰ ਸਾੜ ਦਿੰਦੀ। ਮਾਰੇ ਫਰਮਾਉਂਦੇ ਦੁਰਮਤ ਅਗਨ ਜਗਤ ਪਰ ਜਾਰੇ, ਸੋ ਉਭਰੇ ਜੋ ਗੁਰ ਸ਼ਬਦ ਵਿਚਾਰੇ। ਵੀ ਜੇ ਅਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਾਂਗੇ ਅਸੀਂ ਇਹ ਅਗਨ ਤੋਂ ਉੱਭਰ ਜਾਵਾਂਗੇ, ਅਸੀਂ ਇਹ ਅਗਨ ਤੋਂ ਬਚ ਜਾਵਾਂਗੇ, ਸਾਨੂੰ ਇਹ ਅਗਨ ਪੋਹ ਨਹੀਂ ਸਕਦੀ। ਜੇ ਹੁਣ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ ਨਹੀਂ, ਸੁਣਾਂਗੇ ਨਹੀਂ, ਅਤੇ ਫਿਰ ਇਹ ਅਗਨ ਸਾਨੂੰ ਸਾੜੇਗੀ।
ਹੁਣ ਉਹੀਓ ਫਿਰ ਆਪਾਂ ਦੇਖਦੇ ਸੰਸਾਰ ਦੇ ਵਿੱਚ, ਜੇ ਅੱਜ ਸਾਡੇ ਮਨ ਦੁਖੀ ਨੇ, ਜੇ ਸਾਡੇ ਮਨ ਅੱਜ ਅਸ਼ਾਂਤ ਨੇ, ਇਹਦਾ ਕਾਰਨ ਸਾਨੂੰ ਗੁਰੂ ਨਾਨਕ ਦਾ ਘਰ ਇਹੀਓ ਦੱਸਦਾ ਵੀ ਜੋ ਅਸੀਂ ਗੁਰੂ ਘਰ ਆ ਕੇ ਲੈਣਾ ਸੀ ਉਹ ਅਸੀਂ ਲਿਆ ਨਹੀਂ। ਜੋ ਸਤਿਗੁਰੂ ਸਾਨੂੰ ਗਿਆਨ ਉਪਦੇਸ਼ ਦੇ ਰਹੇ ਸੀ, ਉਹ ਉਪਦੇਸ਼ ਨੂੰ ਅਸੀਂ ਸੁਣ ਕੇ ਮੰਨਿਆ ਹੀ ਨਹੀਂ। ਨਾ ਮੰਨਣ ਕਰਕੇ, ਨਾ ਉਪਦੇਸ਼ ਨੂੰ ਸਮਝਣ ਕਰਕੇ ਤਾਂ ਸਾਡੇ ਮਨ ਦੁਖੀ ਨੇ, ਤਾਂ ਸਾਡੇ ਮਨ ਅਸ਼ਾਂਤ ਨੇ। ਤਾਂਹੀਓ ਸਾਡੇ ਮਨਾਂ 'ਚ ਕਲੇਸ਼, ਸਾਡੇ ਤਨ 'ਚ ਕਲੇਸ਼, ਸਾਡੇ ਪਰਿਵਾਰਾਂ ਦੇ ਵਿੱਚ ਕਲੇਸ਼, ਅਤੇ ਅੱਗੇ ਸਮਾਜ ਦੇ ਵਿੱਚ ਕਲੇਸ਼। ਹੌਲੇ ਕਲੇਸ਼ ਨੂੰ ਖਤਮ ਕਰਨ ਵਾਸਤੇ ਇੱਕੋ ਹੀ ਇਹ ਸਾਧਨ ਹੈ, ਸਿਮਰਨ ਅਭਿਆਸ। ਮਾਰੇ ਤਾਈਓ ਫਰਮਾਉਂਦੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਟਾਵੋ। ਹੁਣ ਜੇ ਤਾਂ ਅਸੀਂ ਸਿਮਰਨ ਕਰਾਂਗੇ ਕਾਲਾ ਕਲੇਸ਼ ਮਿਟ ਜੇਗਾ, ਪਰ ਜਿਹੜਾ ਮਾਰੇ ਕਹਿੰਦੇ ਵੀ ਅਕਲ ਦਾ ਅੰਨਾ, ਉਹ ਸਿਮਰਨ ਨਹੀਂ ਕਰਦਾ, ਉਹ ਸਿਮਰਨ ਕਰੇਗਾ ਹੀ ਨਹੀਂ। ਤੁਸੀਂ ਉਹਨੂੰ ਆਖੋਗੇ ਸਿਮਰਨ ਕਰ, ਉਹ ਨਹੀਂ ਕਰੇਗਾ। ਜਿਹੜਾ ਅਕਲ ਦਾ ਅੰਨਾ, ਉਹ ਸੰਗਤ ਨਹੀਂ ਕਰੇਗਾ। ਹੁਣ ਮਹਾਰਾਜ ਫਿਰ ਇਸ ਲਈ ਕਹਿੰਦੇ ਵੀ ਜਿਹੜੇ ਐਸੇ ਅਕਲ ਦੇ ਅੰਨੇ, ਵੀ ਉਹ ਜੀਵਾਂ ਦੀ ਫਿਰ ਕੀ ਅਵਸਥਾ, ਕੀ ਹਾਲਤ, ਉਹ ਫਿਰ ਆਪਾਂ ਜੀਵਨ ਦੇਖਦੇ ਹਾਂ ਭਗਤਾਂ ਦਾ, ਗੁਰੂ ਸਾਹਿਬਾਨਾਂ ਦਾ। ਬਈ ਜਿਹੜੇ ਅਕਲ ਤੋਂ ਅੰਨੇ ਜੀਵ ਸੀ, ਉਹਨਾਂ ਨੇ ਫਿਰ ਕੀ ਅਵਸਥਾ ਦੇ ਵਿੱਚ ਚਲੇ ਗਏ ਅਤੇ ਕਿਵੇਂ ਉਹਨਾਂ ਨੂੰ ਸਜ਼ਾਵਾਂ ਦੇਣੀਆਂ ਸ਼ੁਰੂ ਕੀਤੀ। ਜਿਹੜੇ ਜੀਵ ਅਕਲ ਤੋਂ ਅੰਨੇ ਸੀ, ਉਹਨਾਂ ਨੇ ਫਿਰ ਭਗਤਾਂ ਨੂੰ, ਕਿਤੇ ਬਾਬਾ ਕਬੀਰ ਜੀ ਨੂੰ ਕਹਿੰਦੇ ਵੀ ਇਹਨਾਂ ਨੂੰ ਜਿਉਂਦਿਆਂ ਨੂੰ ਚਿਖਾ 'ਚ ਸਾੜ ਦਿਓ। ਉਹਨੂੰ ਅਕਲ ਤੋਂ ਅੰਨੇ ਹੀ ਸੀ ਜਿਹੜੇ ਉਹਨਾਂ ਨੂੰ ਸਜ਼ਾ ਦੇ ਰਹੇ ਵੀ ਇਹਨਾਂ ਨੂੰ ਜਿਉਂਦਿਆਂ ਨੂੰ ਸਾੜੋ, ਜਾਂ ਉਹਨਾਂ ਨੂੰ ਜੰਜੀਰਾਂ ਨਾਲ ਬੰਨ੍ਹ ਕੇ, ਸੰਗਲ ਬੰਨ੍ਹ ਕੇ ਉਹਨਾਂ ਨੂੰ ਗੰਗਾ ਦੇ ਵਿੱਚ ਡੋਬ ਦਿਓ, ਜਿਉਂਦਿਆਂ ਨੂੰ ਡੂੰਘੀ ਥਾਂ 'ਤੇ ਡੁਬੋ ਦਿਓ, ਜਾਂ ਉਹਨਾਂ ਨੂੰ ਨੂੜ ਕੇ ਹਾਥੀ ਅੱਗੇ ਸੁੱਟ ਦਿਓ ਅਤੇ ਹਾਥੀ ਦੇ ਅੱਗੇ ਕੁਚਲ ਦਿਓ ਉਹਨਾਂ ਨੂੰ। ਹੁਣ ਜਿਹੜੇ ਅਕਲ ਦੇ ਅੰਨੇ, ਉਹਨਾਂ ਦੀ ਹਾਲਤ। ਔਰ ਇਸੇ ਤਰ੍ਹਾਂ ਹੀ ਫਿਰ ਉਹਨਾਂ ਅਕਲ ਦੇ ਅੰਨਿਆਂ ਨੇ ਵੀ ਜਦੋਂ ਗੁਰੂ ਤੇਗ ਬਹਾਦਰ ਜੀ ਸਾਹਿਬ ਨੂੰ ਮੱਖਣ ਸ਼ਾਹ ਲਵਾਣੀ ਨੇ, ਜਦੋਂ ਬਾਬੇ ਬਕਾਲੇ, ਉਹਨਾਂ ਨੇ ਪ੍ਰਗਟ ਕੀਤਾ ਵੀ ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਉਹਨਾਂ ਨੇ ਰੌਲਾ ਪਾਤ। ਜਿਹੜੇ ਹੁਣ ਅਕਲ ਦੇ ਅੰਨੇ ਹੋਏ ਬੈਠੇ ਸੀ, ਉਹਨਾਂ ਨੇ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਬਾਹਰ ਲੈ ਕੇ ਆਏ ਭੋਰੇ 'ਚੋਂ, ਉਹਨਾਂ ਨੇ ਗੋਲੀ ਚਲਾਤੀ। ਬਈ ਅਕਲ ਦੇ ਅੰਨਿਆਂ ਨੂੰ ਇਹ ਹੁੰਦਾ ਵੀ ਸਾਡਾ ਜਿਹੜਾ ਕਿਤੇ ਵੀ ਇਹ ਕਾਰੋਬਾਰ ਚੱਲ ਰਿਹਾ ਵੀ ਕਿਤੇ ਬੰਦ ਨਾ ਹੋ ਜਾਵੇ। ਬਈ ਜਿਹੜੇ ਗੁਰਮੁਖ ਸੱਚ ਦਾ ਅਤੇ ਨਾਮ ਦਾ ਪ੍ਰਚਾਰ ਕਰਦੇ, ਉਹਨਾਂ ਨੂੰ ਚੰਗੀ ਨਹੀਂ ਲੱਗਦੀ। ਵੀ ਇੰਨਾ ਅਕਲ ਦੇ ਅੰਨੇ ਹੋ ਚੁੱਕੇ ਸੀ ਵੀ ਉਹਨਾਂ ਨੇ ਗੋਲੀ ਚਲਾ ਦਿੱਤੀ। ਫਿਰ ਗੁਰਮੁਖਾਂ ਨੇ, ਗੁਰਸਿੱਖਾਂ ਨੇ ਵਿਚਾਰ ਬਣਾਈ ਵੀ ਚਲੋ ਜਿਹੜਾ ਹਰੀ ਦਾ ਮੰਦਰ, ਵੀ ਤੁਸੀਂ ਉੱਥੇ ਜੀਵ ਆਉਂਦੇ, ਸੰਗਤਾਂ ਆਉਂਦੀਆਂ, ਵੀ ਉੱਥੇ ਚੱਲੋ ਅਤੇ ਸੱਚ ਅਤੇ ਨਾਮ ਦਾ ਜੀਵਨ ਉੱਥੇ ਜਾ ਕੇ ਭੇਤ ਦਿਓ। ਜਦੋਂ ਉੱਥੇ ਗਏ ਅਤੇ ਜਿਹੜੇ ਅਕਲ ਤੋਂ ਅੰਨੇ ਹੋਏ ਹੋਏ ਸੀ, ਉਹਨਾਂ ਨੇ ਉਹ ਦਰਵਾਜ਼ੇ ਬੰਦ ਕਰ ਲਏ। ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਅੰਦਰ ਵੜਨ ਹੀ ਨਹੀਂ ਦਿੱਤਾ, ਪ੍ਰਵੇਸ਼ ਹੀ ਨਹੀਂ ਹੋਣ ਦਿੱਤਾ। ਹਾਲਾਂਕਿ ਜਿਹੜੇ ਪੂਰੇ ਬ੍ਰਹਿਮੰਡ ਦੇ ਮੁਖੀ ਨੇ, ਹਰਿਮੰਦਰ ਦੇ ਮੁਖੀ ਨੇ, ਉਹਨਾਂ ਨੂੰ ਹੀ ਅੰਦਰ ਨਹੀਂ ਜਾਣ ਦਿੱਤਾ। ਉਹਨਾਂ ਵਾਸਤੇ ਦਰਵਾਜ਼ੇ ਸੀ ਜਿਹੜੇ ਉਹ ਬੰਦ ਕਰ ਲਏ। ਅਤੇ ਮਹਾਰਾਜ ਨੇ ਦੁਬਦਾ ਤੋਂ ਉੱਪਰ ਉੱਠਦੇ ਹੋਏ ਉਹ ਪੰਜਾਬ ਦੀ ਧਰਤੀ ਨੂੰ ਹੀ ਛੱਡ ਕੇ ਉਹ ਪਟਨਾ ਸਾਹਿਬ ਚਲੇ ਗਏ। ਜਾਣੀ ਦੀ ਇਸ ਤਰ੍ਹਾਂ ਜਿਹੜੇ ਜੀਵ ਅਕਲ ਤੋਂ ਅੰਨੇ ਹੋ ਗਏ, ਉਹਨਾਂ ਨੂੰ ਫਿਰ ਗੁਰਬਾਣੀ ਗੁਰੂ ਵਿੱਚ ਬਹੁਤ ਮਾੜਾ ਆਖਿਆ, ਕਿਉਂਕਿ ਉਹ ਕਿਸੇ ਦੇ ਸਮਝਾਏ ਉਹ ਨਾ ਤਾਂ ਸਮਝਣ, ਨਾ ਉਹ ਕਿਸੇ ਦੇ ਆਖੇ ਲੱਗਣ, ਨਾ ਉਹ ਕਿਸੇ ਦਾ ਕਹਿਣਾ ਮੰਨਣ। ਫਿਰ ਸੰਗਤਾਂ ਦੇ ਕਹਿਣ 'ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ 'ਤੇ 2200 ਏਕੜ ਜ਼ਮੀਨ ਜਿਹੜੀ ਉਹ ਖਰੀਦੀ। ਫਿਰ ਉੱਥੇ ਆਈ।
ਫਿਰ ਇਹ ਜਿਹੜੇ ਅਕਲ ਦੇ ਅੰਨੇ ਜੀਵ ਸੀ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਵੀ ਸ਼ਹੀਦ ਕਰ ਦਿੱਤਾ। ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਉਹਨਾਂ ਨੂੰ ਵੀ ਮਜਬੂਰ ਕਰ ਦਿੱਤਾ ਵੀ ਤੁਸੀਂ ਇਹ ਕਿਲ੍ਹਾ ਖਾਲੀ ਕਰ ਦਿਓ। ਹਾਲਾਂਕਿ ਆਪਾਂ ਦੇਖਦੇ ਸੰਸਾਰ ਦੇ ਵਿੱਚ ਵੀ ਜੇ ਕਿਸੇ ਜੀਵ ਕੋਲ ਵੀ ਇੱਕ ਮਰਲਾ ਵੀ ਹੋਵੇ, ਉਹਦੇ ਨਾਂ 'ਤੇ ਰਜਿਸਟਰੀ ਹੋਈ ਹੋਵੇ, ਉਹ ਥਾਂ ਛੱਡਣ ਨੂੰ ਤਿਆਰ ਨਹੀਂ ਕੋਈ ਜੀਵ। ਜੇ ਧੱਕੇ ਨਾਲ ਉਹ ਤੋਂ ਛਡਾਉਂਦਾ ਵੀ ਵੀ ਉਹਦਾ ਸਮਾਨ ਬਾਹਰ ਵੀ ਸੁੱਟ ਦਿੰਦਾ ਚੁੱਕ ਕੇ, ਉਹ ਫਿਰ ਵੀ ਉਹ ਕਹਿੰਦਾ ਵੀ ਮੈਂ ਛੱਡਣ ਨੂੰ ਤਿਆਰ ਨਹੀਂ, ਵੀ ਮੈਂ ਕੇਸ ਕਰਾਂਗਾ। ਜਾਣੀ ਵੀ ਉਹ ਪੂਰਾ ਆਪਦੀ ਵਾਹ ਲਾ ਦਿੰਦਾ ਵੀ ਲੜਨ ਵਾਸਤੇ, ਵੀ ਉਹ ਛੱਡਣ ਨੂੰ ਤਿਆਰ ਨਹੀਂ ਉਹਨੂੰ ਕੋ, ਕਿਉਂਕਿ ਉਹ ਸਮਝਦਾ ਵੀ ਮੇਰਾ ਹੱਕ ਹੈ, ਵੀ ਮੇਰੇ ਨਾਂ 'ਤੇ। ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫਿਰ ਵੀ ਜਦੋਂ ਉਹਨਾਂ ਨੇ ਆਖਿਆ ਵੀ ਤੁਸੀਂ ਕਿਲ੍ਹਾ ਖਾਲੀ ਕਰ ਦਿਓ ਅਤੇ ਤੁਹਾਨੂੰ ਕੁਝ ਨਹੀਂ ਆਖਾਂਗੇ, ਅਤੇ ਉਹਨਾਂ ਨੇ ਫਿਰ ਵੀ ਉਹ ਖਾਲੀ ਕਰ ਦਿੱਤਾ। ਅਤੇ ਪਰ ਫਿਰ ਵੀ ਇਹਨਾਂ ਜੀਵਾਂ ਨੇ ਜਿਹੜੇ ਅਕਲ ਤੋਂ ਅੰਨੇ ਹੋ ਚੁੱਕੇ ਸੀ, ਫਿਰ ਆਪਾਂ ਦੇਖਦੇ ਹਾਂ ਵੀ ਕਿਵੇਂ ਉਹਨਾਂ ਦੇ ਨਾਲ ਯੁੱਧ ਕੀਤੇ। ਜਾਣੀ ਵੀ ਅਖੀਰੀ ਬਈ ਇਹ ਅਕਲ ਦੇ ਅੰਨੇ ਜੀਵਾਂ ਨੇ ਜਿਵੇਂ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ 'ਤੇ ਬਿਠਾ ਕੇ ਅਤੇ ਸਿਰ 'ਚ ਗਰਮ ਰੇਤ ਪਾ ਕੇ ਸ਼ਹੀਦ ਕਰ ਦਿੱਤਾ ਗਿਆ। ਕਿਉਂਕਿ ਜਿਹੜਾ ਸੱਚ ਅਤੇ ਨਾਮ ਦਾ ਜਦੋਂ ਗੁਰਮੁਖ ਉਪਦੇਸ਼ ਦਿੰਦੇ, ਜਿਹੜੇ ਅਕਲ ਤੋਂ ਅੰਨੇ ਜੀਵ ਹੁੰਦੇ ਉਹਨਾਂ ਨੂੰ ਇਹ ਚੰਗਾ ਨਹੀਂ ਲੱਗਦਾ। ਉਹਨਾਂ ਨੂੰ ਇਹ ਨਹੀਂ ਪਾਉਂਦਾ ਵੀ ਇਹ ਸੱਚ ਅਤੇ ਨਾਮ ਦੀ ਕਿਉਂ ਗੱਲ ਕਰਦੀ। ਤਾਂ ਮਹਾਰਾਜ ਫਿਰ ਕਹਿੰਦੇ ਵੀ ਇਹੋ ਜਿਹੇ ਲੋਕਾਂ ਨੂੰ ਕੀ ਆਖੀਏ, ਆਂਧੇ ਅਕਲੀ ਬਾਹਰ ਏਕਿਆ ਤਿੰਨ ਸਿਉਂ ਕਹੀਏ, ਵੀ ਜਿਹੜੇ ਅਕਲ ਦੇ ਅੰਨੇ ਨੇ ਵੀ ਇਹਨਾਂ ਨੂੰ ਕੀ ਆਖੀਏ। ਬਿਨ ਗੁਰ ਪੰਥ ਨਾ ਸੁਝੀ ਕਿਤ ਬਿਧ ਨਰ ਬਹੀਏ, ਵੀ ਗੁਰੂ ਤੋਂ ਬਿਨਾਂ ਸਾਨੂੰ ਇਹ ਪੰਥ ਦਾ ਭੇਤ ਨਹੀਂ ਆ ਸਕਦਾ, ਅਤੇ ਗੁਰੂ ਦਾ ਉਹ ਕਹਿਣਾ ਹੀ ਨਹੀਂ ਮੰਨਦੇ, ਗੁਰੂ ਦੇ ਤਾਂ ਖਿਲਾਫ ਹੋਏ ਹੋਏ, ਉਲਟ ਹੋਏ ਹੋਏ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਸੱਚੇ ਪਾਤਸ਼ਾਹ ਵੀ ਜੇ ਅਸੀਂ ਗੁਰੂ ਦਾ ਬਚਨ ਮੰਨੀਏ, ਜੇ ਅਸੀਂ ਗੁਰੂ ਦੇ ਆਖੇ ਲੱਗੀਏ, ਫਿਰ ਸਾਡਾ ਜਿਹੜਾ ਜੀਵਨ ਉਹ ਬਹੁਤ ਸੁਖੀ ਅਤੇ ਆਨੰਦਮਈ ਹੋ ਸਕਦਾ। ਜੇ ਅਸੀਂ ਗੁਰੂ ਦੇ ਦੱਸੇ ਹੋਏ ਪੰਥ ਦੇ ਉੱਤੇ ਚੱਲੀਏ ਤਾਂ ਮਹਾਰਾਜ ਤਾਈਓ ਸਾਨੂੰ ਫਰਮਾਉਂਦੇ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਵੀ ਜੋ ਸਾਨੂੰ ਗੁਰੂ ਕਹਿ ਰਹੇ ਉਹਨਾਂ ਦੇ ਦੱਸੇ ਹੋਏ ਪੰਥ ਦੇ ਉੱਤੇ ਚੱਲੋ। ਹੁਣ ਗੁਰੂ ਸਾਨੂੰ ਕਿਹੜਾ ਪੰਥ ਦੱਸਦੇ, ਜਿਹੜਾ ਪੰਥ ਅਸੀਂ ਛੱਡ ਚੁੱਕੇ ਹਾਂ, ਪ੍ਰੇਮ ਦਾ ਪੰਥ। ਮਹਾਰਾਜ ਫਰਮਾਉਂਦੇ, ਪੰਥਾ ਪ੍ਰੇਮ ਨਾ ਜਾਣੇ, ਭੁੱਲੀ ਫਿਰੇ ਗਵਾਰ। ਹੁਣ ਗੁਰੂ ਸਾਹਿਬ ਭਗਤ ਜਨ ਉਹ ਸਾਨੂੰ ਪ੍ਰੇਮ ਦਾ ਪੰਥ ਹੀ ਦੱਸਦੇ, ਉਹ ਸਾਨੂੰ ਪ੍ਰੇਮ ਦਾ ਮਾਰਗ ਦੱਸਦੇ, ਅਤੇ ਜਿਹੜੇ ਅਕਲ ਤੋਂ ਅੰਨੇ ਜੀਵ ਸੀ ਉਹਨਾਂ ਨੂੰ ਪਿਆਰ ਚੰਗਾ ਨਹੀਂ ਲੱਗਦਾ। ਉਹ ਤਾਈਓ ਫਿਰ ਦੁਰਮਤ ਵੱਸ ਹੋਣ ਕਰਕੇ, ਦੁਬਦਾ ਵੈਰ ਵਿਰੋਧ ਵੱਸ ਹੋਣ ਕਰਕੇ ਤਾਈਓ ਫਿਰ ਉਹਨਾਂ ਦੇ ਖਿਲਾਫ ਹੋਏ, ਤਾਈਓ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਭਗਤਾਂ ਔਰ ਇਸ ਵਾਸਤੇ ਜਦੋਂ ਸਤਿਗੁਰ ਆਏ ਗੁਰੂ ਨਾਨਕ ਪਾਤਸ਼ਾਹ, ਉਹਨਾਂ ਨੂੰ ਵੀ ਫਿਰ ਇਹ ਅਕਲ ਦੇ ਅੰਨੇ ਕਿਸੇ ਨੇ ਆਖਿਆ ਬੇਤਾਲਾ, ਕਹਿੰਦੇ ਭੂਤਨਾ ਹੈ। ਉਹਨਾਂ ਨੂੰ ਵੀ ਇਹੀਓ ਆਖਿਆ, ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ। ਵੀ ਕੋਈ ਉਹਨਾਂ ਨੂੰ ਵੀ ਭੂਤਨਾ ਕਹਿੰਦਾ, ਕੋਈ ਬੇਤਾਲਾ ਕਹਿੰਦਾ। ਹੁਣ ਮਹਾਰਾਜ ਕਹਿੰਦੇ ਵੀ ਇਹ ਕਿੰਨਾਂ ਜੀਵਾਂ ਦੀ ਹਾਲਤ, ਜਿਹੜੇ ਅਕਲ ਤੋਂ ਅੰਨੇ ਹੋਏ ਹੋਏ ਉਹਨਾਂ ਦੀ ਇਹ ਹਾਲਤ। ਹੁਣ ਇਸ ਵਾਸਤੇ ਫਿਰ ਸਾਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਇਹ ਜਿਹੜਾ ਪੰਥ ਪਿਆਰ ਦਾ ਜਿਹੜਾ ਅਸੀਂ ਛੱਡ ਚੁੱਕੇ ਹਾਂ, ਵੀ ਤੁਸੀਂ ਇਹਦੇ 'ਤੇ ਚੱਲੋ। ਜੇ ਅਸੀਂ ਇਹਦੇ 'ਤੇ ਚੱਲਾਂਗੇ ਤਾਂ ਅਸੀਂ ਆਪਦੇ ਜੀਵਨ ਦਾ ਲਾਹਾ ਖੱਟ ਲਾਂਗੇ। ਜਿਹੜੇ ਹੁਣ ਅਕਲ ਤੋਂ ਅੰਨੇ ਹੋ ਗਏ ਉਹਨਾਂ ਨੇ ਤਾਂ ਲਾਹਾ ਖੱਟਣਾ ਕੀ, ਉਹਨਾਂ ਨੇ ਤਾਂ ਵਾਪਸ ਜੂਨਾਂ 'ਚ ਹੀ ਜਾਣਾ। ਕਿ ਉਹਨਾਂ ਨੇ ਤਾਂ ਇਹੀ ਕਰ ਲਿਆ ਵੀ ਅਸੀਂ ਤਾਂ ਗੁਰੂ ਦਾ ਕਹਿਣਾ ਮੰਨਣਾ ਨਹੀਂ, ਅਤੇ ਇਸ ਕਰਕੇ ਫਿਰ ਉਹ ਗੁਰੂ ਦੇ ਖਿਲਾਫ ਹੋਏ ਉਹ ਫਿਰ ਇੱਥੇ ਵੀ ਦੁਖੀ ਹੁੰਦੇ। ਉਹਨਾਂ ਦੇ ਮਨਾਂ ਨੂੰ ਇੱਥੇ ਵੀ ਦੁਰਮਤ ਦੀ ਅਗਨ ਸਾੜਦੀ ਰਹਿੰਦੀ, ਵੈਰ ਵਿਰੋਧ 'ਚ ਸੜਦੇ ਰਹਿੰਦੇ ਦਿਨ ਰਾਤ।
ਜਦੋਂ ਇੱਥੋਂ ਦੇਹ ਨੂੰ ਛੱਡਦੇ ਤੇ ਅੱਗੇ ਜੂਨਾਂ ਦੇ ਵਿੱਚ ਫਿਰ ਦੁੱਖ ਹੀ ਦੁੱਖ। ਸੋ ਇਸ ਵਾਸਤੇ ਫਿਰ ਸਾਨੂੰ ਸਤਿਗੁਰੂ ਸਮਝਾਉਂਦੇ ਵੀ ਜੇ ਅਸੀਂ ਆਪਦੇ ਜੀਵਨ ਦਾ ਲਾਹਾ ਖੱਟਣਾ ਫਿਰ ਗੁਰੂ ਦੇ ਦੱਸੇ ਹੋਏ ਪੰਥ ਦੇ ਉੱਤੇ ਚੱਲੋ। ਜਿਹੜੇ ਗੁਰਮੁਖ ਫਿਰ ਸਾਨੂੰ ਇਹ ਪੰਥ ਸਮਝਾਉਂਦੇ ਅਸੀਂ ਉਹਨਾਂ ਦੇ ਬਚਨਾਂ ਨੂੰ ਮੰਨ ਕੇ ਇਸ ਮਾਰਗ ਦੇ ਉੱਤੇ ਚੱਲਣਾ ਹੁੰਦਾ। ਮਹਾਰਾਜ ਇਸ ਲਈ ਫਰਮਾਉਂਦੇ ਹਰ ਕਾ ਪੰਥ ਕਉ ਬਤਾਵੇ ਹਉ ਤਾਕੇ ਪਾਏ ਲਾਗੀ। ਵੀ ਸਾਨੂੰ ਕੋਈ ਹਰੀ ਦਾ ਮਾਲਕ ਦਾ ਪੰਥ ਦੱਸੇ ਤੇ ਅਸੀਂ ਉਹਦੇ ਚਰਨੀ ਲੱਗੀ। ਹੁਣ ਚਰਨ ਕੀ ਉਹਨਾਂ ਦੇ ਬਚਨ। ਹੁਣ ਸੰਤਾਂ ਦੇ ਚਰਨੀ ਲੱਗਣਾ ਕੀ ਹੁੰਦਾ ਬਈ ਅਸੀਂ ਉਹਨਾਂ ਦਾ ਬਚਨ ਮੰਨੀਏ। ਬਚਨ ਕੀ ਕਰਦੇ ਵੀ ਸਿਮਰਨ ਕਰ। ਜਦੋਂ ਅਸੀਂ ਸੰਤਾਂ ਦਾ ਇਹ ਬਚਨ ਮੰਨਾਂਗੇ ਅਸੀਂ ਸਿਮਰਨ ਕਰਾਂਗੇ ਨਾਲ ਨਾਲ ਅਸੀਂ ਗੁਰੂ ਦੀ ਮੱਤ ਗਿਆਨ ਮਨ ਨੂੰ ਦੇਵਾਂਗੇ ਫਿਰ ਅਸੀਂ ਇਹ ਭਵ ਸਾਗਰ ਸੰਸਾਰ ਸਾਗਰ ਤੋਂ ਪਾਰ ਹੋ ਜਾਵਾਂਗੇ। ਮਹਾਰਾਜ ਫਰਮਾਉਂਦੇ ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਤਰੀਏ। ਵੀ ਜੇ ਅਸੀਂ ਸੰਤਾਂ ਦਾ ਸਾਧੂਆਂ ਦਾ ਭਗਤਾਂ ਦਾ ਗੁਰੂ ਸਾਹਿਬਾਨਾਂ ਦਾ ਬਚਨ ਕਮਾਈਏ ਜੇ ਅਸੀਂ ਗੁਰਬਾਣੀ ਗੁਰੂ ਦੇ ਕਹਿਣਾ ਮੰਨੀਏ ਤੇ ਅਸੀਂ ਤਰ ਜਾਵਾਂਗੇ। ਹੁਣ ਜੋ ਸਾਨੂੰ ਸਤਿਗੁਰੂ ਬਚਨ ਕਹਿ ਰਹੇ ਵੀ ਤੁਸੀਂ ਸਿਮਰਨ ਕਰੋ ਆਓ ਅਸੀਂ ਇਹਨਾਂ ਦਾ ਬਚਨ ਮੰਨੀਏ ਤਾਂ ਕਿ ਇਸ ਬਚਨ ਨੂੰ ਅਸੀਂ ਆਪਦੇ ਹਿਰਦੇ ਵਿੱਚ ਵਸਾ ਕੇ ਅਸੀਂ ਇਹ ਭਵ ਸਾਗਰ ਸੰਸਾਰ ਸਾਗਰ ਤੋਂ ਪਾਰ ਲੰਘ ਜੀ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਇਹ ਆਪਾਂ ਅਭਿਆਸ ਕਰਦੇ ਹਾਂ, ਜਦੋਂ ਲਗਾਤਾਰ ਨਿਰੰਤਰ ਹੀ ਆਪਾਂ ਅਭਿਆਸ ਕਰਾਂਗੇ, ਸਾਡਾ ਮਨ ਵਿਚਾਰਾਂ ਤੋਂ ਫੁਰਨਿਆਂ ਤੋਂ ਰਹਿਤ ਹੋਏਗਾ, ਫਿਰ ਅਸੀਂ ਕਾਬਲ ਹੁੰਦੇ ਹਾਂ ਇਸ ਮਾਰਗ ਦੇ ਉੱਤੇ ਚੱਲਣ ਦੇ ਜੋ ਸਾਨੂੰ ਸਤਿਗੁਰੂ ਪੰਥ ਦੱਸਦੇ। ਜਦੋਂ ਅਸੀਂ ਆਪਦੀ ਮੱਤ ਛੱਡ ਦਾਂਗੇ, ਅਸੀਂ ਵੈਰ ਵਿਰੋਧ, ਈਰਖਾ, ਨਫ਼ਰਤ, ਨਿੰਦਿਆ, ਚੁਗਲੀ ਇਹਨੂੰ ਤਿਆਗ ਦਿਆਂਗੇ, ਇਹਨੂੰ ਛੱਡ ਦਾਂਗੇ, ਫਿਰ ਉਹ ਵੀ ਜੇ ਬੜੀ ਵੱਡੀ ਸਾਡੇ 'ਤੇ ਮਾਲਕ ਦੀ ਕਿਰਪਾ ਹੋਵੇ, ਫਿਰ ਉਹ ਸਾਨੂੰ ਭੇਤ ਦਿੰਦਾ ਆਪਣੇ ਆਪੇ ਦਾ। ਫਿਰ ਸਾਨੂੰ ਆਪਣੇ ਆਪੇ ਦੀ ਸੋਝੀ ਆਉਂਦੀ ਵੀ ਅਸੀਂ ਕੌਣ, ਸਾਡਾ ਅਸਲ ਸਰੂਪ ਕੀ ਹੈ, ਇਹ ਸਾਨੂੰ ਸਾਰੀ ਸਮਝ ਆਉਂਦੀ ਜੇ ਆਪਾਂ ਹੁਣ ਇਸ ਮਾਰਗ ਦੇ ਉੱਤੇ ਚੱਲਾਂਗੇ। ਹੁਣ ਇਸ ਲਈ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਬਹਿੰਦੇ ਉੱਠਦੇ ਕੰਮ ਕਰਦੇ, ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਨਾ, ਵਿਚਾਰਨਾ ਸਹਿਜ ਦੇ ਵਿੱਚ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਅਤੇ ਵੱਧ ਤੋਂ ਵੱਧ ਅਸੀਂ ਸੰਗਤ ਕਰਕੇ ਜੋ ਸਤਿਗੁਰੂ ਸਾਨੂੰ ਇਹ ਮਾਰਗ ਦੱਸ ਰਹੇ, ਪ੍ਰੇਮ ਦਾ ਪੰਥ, ਇਹਦੇ ਉੱਤੇ ਆਪਾਂ ਚੱਲਣ ਦੀ ਕੋਸ਼ਿਸ਼ ਕਰਨੀ। ਸੋ ਬਾਕੀ ਇਹ ਜੋ ਸਾਰਾ ਭੇਤ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ, ਮਨ 'ਚ ਵਸ ਜੀ, ਅਤੇ ਆਪਾਂ ਇਹ ਗੁਰੂ ਦੀ ਮੱਤ ਲੈ ਕੇ ਆਪਣੇ ਜੀਵਨ ਦਾ ਜੋ ਲਾਹਾ, ਉਹਨੂੰ ਆਪਾਂ ਲਾਹਾ ਖੱਟ ਸਕੀਏ। ਜਿਸ ਮਕਸਦ ਵਾਸਤੇ ਸਾਨੂੰ ਸੰਸਾਰ 'ਚ ਭੇਜਿਆ ਗਿਆ, ਜੋ ਇਹ ਸਾਨੂੰ ਹੁਣ ਵਾਰੀ ਮਿਲੀ, ਮੌਕਾ ਮਿਲਿਆ, ਜੋ ਮਹਾਰਾਜ ਰੋਜ਼ ਆਪਾਂ ਨੂੰ ਫਰਮਾਉਂਦੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਜਿਹੜੀ ਵਾਰੀ ਆ, ਵੀ ਹੁਣ ਸਾਨੂੰ ਵਾਰੀ ਮਾਲਕ ਨੂੰ ਮਿਲਣ ਦੀ। ਸੋ ਇਸ ਵਾਸਤੇ ਆਪਾਂ ਹੁਣ ਕੋਸ਼ਿਸ਼ ਕਰਨੀ ਵੀ ਇਹ ਵਾਰੀ ਸਾਡੀ ਲੰਘੇ ਨਾ, ਅਤੇ ਆਪਾਂ ਇਹ ਵਾਰੀ ਦਾ ਲਾਹਾ ਲੈ ਸਕੀਏ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਆਏ ਹਾਂ। ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।